हेलो एंड वेलकम टू मेंटरिंग द मेंटोर्स। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਂਡ ਹੁਣ ਅਸੀਂ ਗੱਲ ਕਰਾਂਗੇ ਇੱਕ ਅਨਦਰ ਟੌਪਿਕ ਜੋ ਸਾਡਾ ਹੈ ਐਮਐਡ ਦਾ। ਅਸੀਂ ਗੱਲ ਕਰਨੀ ਹੈ ਕੋਪਿੰਗ ਸਕਿੱਲਸ, ਕੋਪਿੰਗ ਵਿਦ ਸਟ੍ਰੈਸ। ਤੋਂ ਉਹਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਕਿ ਤਣਾਅ ਨਾਲ ਨਜਿੱਠਣਾ। ਤੇ ਅਸੀਂ ਇਹਦੇ ਬਾਰੇ ਗੱਲ ਕਰਾਂਗੇ, ਡਿਫਰੈਂਟ ਕੋਪਿੰਗ ਸਕਿੱਲਸ ਦੀ ਗੱਲ ਕਰਾਂਗੇ। ਠੀਕ ਹੈ। ਤੇ ਕੋਪਿੰਗ ਸਕਿੱਲ ਵਿੱਚ ਅਸੀਂ ਦੋ ਸਕਿੱਲਸ ਦੇ ਬਾਰੇ ਵਿੱਚ ਡਿਸਕਸ ਕਰਾਂਗੇ। ਇੱਕ ਡਿਸਕਸ ਕਰਾਂਗੇ ਤਣਾਅ ਨਾਲ ਨਜਿੱਠਣਾ ਔਰ ਆਪਣੀਆਂ ਇਮੋਸ਼ਨਸ ਜਾਂ ਫੀਲਿੰਗ ਨੂੰ ਸਮਝਣਾ ਔਰ ਉਹਨਾਂ ਦਾ ਪ੍ਰਬੰਧਨ ਕਰਨਾ। ਠੀਕ ਹੈ। ਤੋਂ ਅਸੀਂ ਇਹ ਗੱਲ ਕਰਾਂਗੇ ਔਰ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ, ਅਸੀਂ ਪਿੱਛੇ ਜਿਹੜਾ ਡਿਸਕਸ ਕੀਤਾ ਹੈ ਮੁਕਾਬਲਾ ਕਰਨ ਦੇ ਹੁਨਰ, ਇਹ ਅਸੀਂ ਡਿਸਕਸ ਕਰਨੇ ਹੈ। ਮੁਕਾਬਲਾ ਕਰਨ ਦੇ ਹੁਨਰ ਯਾਨੀ ਕਿ ਕੋਪਿੰਗ ਸਕਿੱਲ। ਤੋਂ ਕੋਪਿੰਗ ਸਕਿੱਲ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵਿਵਹਾਰ, ਵਿਚਾਰ ਅਤੇ ਭਾਵਨਾਵਾਂ ਜੋ ਕਿ ਵਿਅਕਤੀ ਜਿਹੜਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਉਹ ਮੁਸੀਬਤਾਂ ਅਤੇ ਮੁਸ਼ਕਲ ਸਥਿਤੀਆਂ ਨਾਲ ਨਜਿੱਠਣ ਲਈ ਵਰਤਦੇ ਹਨ। ਆਪਾਂ ਨੂੰ ਕੋਈ ਮੁਸੀਬਤ ਪੈ ਜਾਵੇ, ਆਪਾਂ ਨੂੰ ਕੋਈ ਤਣਾਅ ਹੋਵੇ, ਕੋਈ ਮਾਨਸਿਕ ਪਰੇਸ਼ਾਨੀ ਹੈ, ਕਿਸੇ ਦੁਵਿਧਾ ਵਿੱਚ ਹੈ, ਕਿਸੇ ਮੁਸ਼ਕਲ ਵਿੱਚ ਹੈ, ਅਸੀਂ ਆਪਣੇ ਵਿਵਹਾਰ ਨਾਲ, ਵਿਚਾਰ ਨਾਲ, ਭਾਵਨਾਵਾਂ ਦੇ ਨਾਲ ਅਸੀਂ ਉਹਨਾਂ ਨੂੰ ਕੰਟਰੋਲ ਕਰਨ ਦੀ, ਉਹਨਾਂ ਨੂੰ ਕਾਬੂ ਕਰਨ ਦੀ, ਉਹਨਾਂ ਨੂੰ ਨਜਿੱਠਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਤੇ ਮੁਕਾਬਲਾ ਕਰਨ ਦੇ ਜਿਹੜੇ ਹੁਨਰ ਹੈ, ਵਿਹਾਰ ਹੈ, ਵਿਚਾਰ ਹੈ, ਭਾਵਨਾਵਾਂ ਦਾ ਜੋ ਹਵਾਲਾ ਦਿੰਦੇ ਹਨ, ਜੋ ਵਿਅਕਤੀ ਇਹਨਾਂ ਨੂੰ ਨਜਿੱਠਣ ਲਈ ਵਰਤਦੇ ਹਨ, ਤੇ ਆਪਾਂ ਉਹਨਾਂ ਨੂੰ ਬੜੀ ਇੱਥੇ ਸਾਰਾ ਉਦਾਹਰਨਾਂ ਦੇ ਨਾਲ ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਪਾਂ ਕਾਹਦੇ ਵਾਸਤੇ ਯੂਜ਼ ਕਰਦੇ ਹਾਂ? ਸਮੱਸਿਆਵਾਂ ਨੂੰ ਅਸੀਂ ਹੱਲ ਕਰਨ ਵਾਸਤੇ ਯੂਜ਼ ਕਰਦੇ ਹਾਂ। ਠੀਕ ਹੈ। ਇਸ ਮੁਹਾਰਤ ਦੇ ਹੁਨਰ ਵਿੱਚ ਸਮੱਸਿਆ ਦੀ ਪਹਿਚਾਣ ਕਰਦੇ ਹਾਂ, ਯਾਨੀ ਆਪਾਂ ਜਿਹਨੂੰ ਕਹਿੰਦੇ ਆ ਪ੍ਰੋਬਲਮ ਸੋਲਵਿੰਗ ਸਕਿੱਲਸ। ਠੀਕ ਹੈ। ਮੈਂ ਇੱਥੇ ਨਾਲ ਨਾਲ ਥੋੜਾ ਜਿਹਾ ਤੁਹਾਨੂੰ ਇੱਥੇ ਲਿਖ ਦੂੰਗੀ। ਇਹ ਹੈ ਸਾਡਾ ਪ੍ਰੋਬਲਮ ਸੋਲਵਿੰਗ ਸਕਿੱਲਸ। ਠੀਕ ਹੈ। ਪ੍ਰੋਬਲਮ ਸੋਲਵਿੰਗ ਸਕਿੱਲ ਯਾਨੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਜਿਹੜਾ ਸਾਡਾ ਤਰੀਕਾ ਹੈ, ਜਿਹੜਾ ਸਾਡਾ ਹੁਨਰ ਹੈ, ਉਹ ਚ ਅਸੀਂ ਕੀ ਕਰਦੇ ਹਾਂ? ਸਮੱਸਿਆ ਦੀ ਪਹਿਚਾਣ ਕਰਦੇ ਹਾਂ, ਸੰਭਵ ਹੱਲ ਜਿਹੜੇ ਹੈਗੇ ਉਹ ਦੇਖਦੇ ਹਾਂ, ਅਲੱਗ-ਅਲੱਗ ਵਿਕਲਪਾਂ ਨੂੰ ਅਸੀਂ ਦੇਖਦੇ ਹਾਂ, ਤੇ ਫਿਰ ਉਸ ਤੋਂ ਬਾਅਦ ਅਸੀਂ ਸਮੱਸਿਆ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਸਮੱਸਿਆ ਦਾ ਨਿਯੰਤਰਣ ਕਰ ਸਕਦੇ ਹਾਂ, ਉਹਦਾ ਸਮਾਧਾਨ ਕਰ ਸਕਦੇ ਹਾਂ। ਤਾਂ ਭਾਵਾਤਮਕ ਨਿਯੰਤਰਣ, ਇਹਦੇ ਵਿੱਚ ਭਾਵਾਤਮਕ ਯਾਨੀ ਕਿ ਫੀਲਿੰਗਸ ਜੋ ਅਸੀਂ ਹੈਗੇ, ਸਾਡੀਆਂ ਇਮੋਸ਼ਨਸ ਦੀ ਗੱਲ ਕਰਦੇ ਹਾਂ ਆਪਾਂ। ਠੀਕ ਹੈ। ਤੋ ਭਾਵਨਾਤਮਕ ਨਿਯਮ ਮਤਲਬ ਇਹ ਮੁਕਾਬਲਾ ਕਰਨ ਦੇ ਹੁਨਰ ਵਿੱਚ ਤਣਾਅਪੂਰਨ ਸਥਿਤੀ, ਜਦੋਂ ਆਪਾਂ ਸਟ੍ਰੈਸ ਵਿੱਚ ਹੁੰਨੇ ਆ, ਸਟ੍ਰੈਸ ਤਣਾਅ ਮਤਲਬ ਸਾਡਾ ਹੋ ਗਿਆ ਸਟ੍ਰੈਸ। ਠੀਕ ਹੈ। ਤੋ ਆਪਾਂ ਸਟ੍ਰੈਸ ਵਿੱਚ ਹੁੰਨੇ ਆ ਤੇ ਆਪਾਂ ਨੂੰ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਕਈ ਵਾਰੀ ਗੁੱਸਾ ਆ ਜਾਂਦਾ ਹੈ, ਜਿੱਦਾਂ ਇੱਕ ਕਹਾਵਤ ਵੀ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਰਾਈਟ। ਤੋ ਜਦੋਂ ਐਦਾਂ ਦਾ ਸਾਡਾ ਧਿਆਨ ਹੋਵੇ, ਪਰੇਸ਼ਾਨ ਹੋਈਏ, ਕੁਛ ਹੈ ਤੋ ਅਸਾਂ ਸਟ੍ਰੈਸ ਵਿੱਚ ਹੈ, ਪਰੇਸ਼ਾਨੀ ਵਿੱਚ ਹੈ, ਬਹੁਤ ਵਾਰੀ ਗਲਤ ਫੈਸਲੇ ਵੀ ਅਸੀਂ ਲੈ ਲੈਂਦੇ ਹਾਂ। ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਸਹੀ ਕਰ ਰਹੇ ਹਾਂ ਜਾਂ ਅਸੀਂ ਗਲਤ ਕਰ ਰਹੇ ਹਾਂ। ਇਸ ਤੋਂ ਇਲਾਵਾ ਜਿਹੜਾ ਹੈ ਸਾਡੇ ਕੋਲ ਸਮਾਜਿਕ ਸਹਾਇਤਾ, ਅਸੀਂ ਦੂਸਰਿਆਂ ਦੀ ਮਦਦ ਵੀ ਲੈ ਸਕਦੇ ਹਾਂ। ਅਗਰ ਅਸੀਂ ਪਹਿਲੀ ਗੱਲ, ਅਸੀਂ ਤਣਾਅ ਤੋਂ ਮੁਕਤੀ ਵਾਸਤੇ ਕੀ ਕਰ ਸਕਦੇ ਹਾਂ? ਅਸੀਂ ਆਪਣਾ ਪ੍ਰੋਬਲਮ ਸੋਲਵਿੰਗ ਸਕਿੱਲਸ ਯੂਜ਼ ਕਰ ਸਕਦੇ ਹਾਂ, ਅੱਛੇ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਪ੍ਰੋਬਲਮ ਕਿੱਥੇ ਹੈ, ਕਿਉਂ ਹੈਗੀ ਹੈ। ਠੀਕ ਹੈ। ਉਸ ਤੋਂ ਇਲਾਵਾ ਅਸੀਂ ਇਮੋਸ਼ਨਸ ਨੂੰ ਆਪਣੇ ਕੰਟਰੋਲ ਕਰਨ ਦੀ, ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਥੋੜਾ ਰਿਲੈਕਸ ਹੋ ਸਕਦੇ ਹਾਂ, ਪਾਣੀ ਵਾਣੀ ਪੀਏ, ਆਪਣਾ ਥੋੜਾ ਸਾ ਰਿਲੈਕਸ ਕਰੀਏ। ਠੀਕ ਹੈ। ਸੋਚੀਏ, ਆਪਣੇ ਆਪ ਨੂੰ ਸਮੇਂ ਦਈਏ, ਆਪਣੇ ਇਮੋਸ਼ਨਸ ਨੂੰ ਥੋੜਾ ਕੰਟਰੋਲ ਵਿੱਚ ਕਰੀਏ। ਠੀਕ ਹੈ। ਆਪਣੀਆਂ ਭਾਵਨਾਵਾਂ ਵਿੱਚ ਬਹਿ ਕੇ ਕੋਈ ਗਲਤ ਫੈਸਲੇ ਨਹੀਂ ਲੈ ਲੈਣੇ ਚਾਹੀਦੇ। ਤਾਂ ਉਸ ਤੋਂ ਬਾਅਦ ਹੈ ਸਾਡੇ ਕੋਲ ਸਮਾਜਿਕ ਸਹਾਇਤਾ, ਯਾਨੀ ਸੋਸ਼ਲ ਹੈਲਪ ਵੀ ਲੈ ਲੈਣੀ ਚਾਹੀਦੀ ਹੈ। ਜਿਵੇਂ ਕਿ ਕਹਿੰਦੇ ਨੇ ਕਿ ਅਗਰ ਕਿਸੇ ਨੂੰ ਇਹ ਹੋਏ ਕਿ ਉਹਦਾ ਕੋਈ ਦੋਸਤ ਮਿੱਤਰ ਕੋਈ ਵੀ ਹੋਏ, ਉਹਨਾਂ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ, ਦੋਸਤ ਨਾਲ, ਘਰ ਪਰਿਵਾਰ ਨਾਲ। ਠੀਕ ਹੈ। ਜੋ ਵੀ ਹੈ ਉਹਨਾਂ ਨਾਲ ਆਪਣੀ ਤਣਾਅਪੂਰਨ ਜਿਹੜੀ ਸਥਿਤੀ ਹੈ ਤੁਹਾਡੀ, ਉਹਨਾਂ ਨਾਲ ਸਾਂਝਾ ਕਰ ਲਵਾਂਗੇ ਤਾਂ ਸਾਨੂੰ ਐਟਲੀਸਟ ਲੱਗੇਗਾ ਕਿ ਦੁੱਖ ਕਿਸੇ ਨਾਲ ਸ਼ੇਅਰ ਕਰ ਲਿਆ। ਕਹਿੰਦੇ ਆ ਨਾ ਕਿ ਦੁੱਖ ਕਿਸੇ ਨਾਲ ਅਗਰ ਵੰਡੀਏ ਤਾਂ ਉਹ ਅੱਧਾ ਰਹਿ ਜਾਂਦਾ ਹੈ। ਤਾਂ ਆਪਣੀ ਤਣਾਅਪੂਰਨ ਜਿਹੜੀ ਸਥਿਤੀ ਹੈ ਉਹਦੇ ਨਾਲ ਦੂਸਰਿਆਂ ਨੂੰ ਅਵਗਤ ਕਰਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਸਾਨੂੰ ਕੋਈ ਨਾ ਕੋਈ ਜਿਹੜਾ ਹੈ ਉਸਦਾ ਹੀਲਾ ਵਸੀਲਾ ਮਿਲੇਗਾ ਉਸ ਸਮੱਸਿਆ ਦਾ ਸਮਾਧਾਨ ਕਰਨ ਵਾਸਤੇ। ਰਾਈਟ। ਇੱਕ ਵਿਅਕਤੀ ਜਿਹਨੇ ਦੁਖਦਾਈ ਘਟਨਾ ਦਾ ਅਨੁਭਵ ਕੀਤਾ ਹੈ, ਉਹ ਇਲਾਜ ਦੀ ਮੰਗ ਕਰਕੇ, ਕਿਸੇ ਦੇ ਭਰੋਸੇਯੋਗ ਦੋਸਤ ਨਾਲ ਗੱਲ ਕਰਕੇ, ਸਮਾਜਿਕ ਸਹਾਇਤਾ ਦੇ ਨਾਲ ਉਹ ਨਜਿੱਠਣ ਦੇ ਹੁਨਰ ਦੀ ਵਰਤੋਂ ਕਰ ਸਕਦਾ ਹੈ, ਆਪਣੀ ਸਮੱਸਿਆ ਦਾ ਸਮਾਧਾਨ ਕਰ ਸਕਦਾ ਹੈ। ਅਗਰ ਅਸੀਂ ਗੱਲ ਕਰੀਏ ਕਿ ਬੋਧਾਤਮਕ ਪੁਨਰ ਗਠਨ, ਰਾਈਟ, ਯਾਨੀ ਕਿ ਇੰਟੈਲੈਕਚੁਅਲ, ਆਪਣੀ ਇੰਟੈਲੈਕਚੁਅਲ ਦੀ ਗੱਲ ਕਰਦੇ ਹਾਂ, ਬੋਧਾਤਮਕ ਦੀ ਗੱਲ ਕਰਦੇ ਹਾਂ। ਇਹ ਮੁਕਾਬਲਾ ਕਰਨ ਦੇ ਹੁਨਰ ਵਿੱਚ ਕੀ ਹੈ ਕਿ ਜੋ ਸਾਡੇ ਅੰਦਰ ਕਈ ਵਾਰੀ ਨਕਾਰਾਤਮਕ ਜਿਹੜੀ ਭਾਵਨਾ ਆ ਜਾਂਦੀ ਹੈ, ਤਰਕਹੀਣ ਜੋ ਵਿਚਾਰ ਹੁੰਦੇ ਆ, ਉਹਨਾਂ ਨੂੰ ਸਕਾਰਾਤਮਕ ਜਾਂ ਯਥਾਰਥਵਾਦੀ ਵਿੱਚ ਵਿਚਾਰਾਂ ਵਿੱਚ ਬਦਲਣਾ ਜਿਹੜਾ ਹੈ ਉਹ ਚਾਹੀਦਾ ਹੈ। ਇਸ ਵਿੱਚ ਤਣਾਅ ਅਤੇ ਚਿੰਤਾ ਨੂੰ ਘਟਾਉਣ ਲਈ ਕਿਸੇ ਦੇ ਵਿਚਾਰਾਂ ਤੇ ਵਿਸ਼ਵਾਸਾਂ ਨੂੰ ਮੁੜ ਤਿਆਰ ਕਰਨਾ ਸ਼ਾਮਿਲ ਹੁੰਦਾ ਹੈ। ਠੀਕ ਹੈ। ਕਿ ਕਿਸ ਤਰੀਕੇ ਨਾਲ ਅਸੀਂ
ਪੈਸੀਮਿਸਟਿਕ ਤੋਂ ਆਪਟੀਮਿਸਟਿਕ ਬਣ ਸਕਦੇ ਹੈਗੇ ਆ, ਨਕਾਰਾਤਮਕ ਸੋਚ ਤੋਂ ਸਕਾਰਾਤਮਕ ਸੋਚ ਦੀ ਤਰਫ ਸਾਨੂੰ ਜਾਣ ਦੀ ਜ਼ਰੂਰਤ ਹੈ। ठीक है, अगर हम ਅਸੀਂ ਸਾਡੇ ਕੋਲ ਅਗਲਾ ਹੈ ਜੀ ਭਟਕਣਾ। ਇਹ ਮੁਕਾਬਲਾ ਕਰਨ ਦੇ ਹੁਨਰ ਵਿੱਚ ਤਣਾਅਪੂਰਨ ਸਥਿਤੀ ਤੋਂ ਛੁੱਟੀ ਲੈਣਾ ਮਤਲਬ ਥੋੜੀ ਦੇਰ ਕੇ ਲਈ ਕਈ ਵਾਰ ਕਿਸੇ ਚੀਜ਼ਾਂ ਨੂੰ ਸਾਨੂੰ ਛੱਡ ਵੀ ਦੇਣਾ ਚਾਹੀਦਾ ਹੈ ਕਿ ਜਸਟ ਲੀਵ ਇਟ, ਰਾਈਟ। ਕਿਉਂ ਇਹਦੇ ਬਾਰੇ ਬਾਰ-ਬਾਰ ਸੋਚेंगे ਆਪਣੇ ਆਪ ਨੂੰ, ਜਿਸ ਤਰ੍ਹਾਂ ਕਿ ਅਗਰ ਕੋਈ ਇੱਕ ਐਸੀ ਚੀਜ਼ ਹੈ ਜੋ ਸਾਨੂੰ ਦੁੱਖ ਦੇ ਰਹੀ ਹੈ, ਸਾਨੂੰ ਪਰੇਸ਼ਾਨੀ ਦੇ ਰਹੀ ਹੈ, ਰਾਈਟ, ਤੇ ਇਹ ਇੱਥੇ ਜੋ ਭਟਕਣਾ ਸ਼ਬਦ ਹੈ ਉਹ ਥੋੜਾ ਗਲਤ ਹੈ। ਉਸਦਾ ਇਸਤੇਮਾਲ ਤੁਸੀਂ ਆਪਣੇ ਹਿਸਾਬ ਨਾਲ ਇੱਥੇ ਬਿਹਤਰ ਸ਼ਬਦ ਨੂੰ ਇਸਤੇਮਾਲ ਕਰੋਗੇ ਕਿ ਅਗਰ ਹਮ ਚਾਹਤੇ ਕਿ ਮੂਵਿੰਗ ਅਵੇ ਫਰੋਮ ਸਮਥਿੰਗ, ਕਿਸੇ ਚੀਜ਼ ਤੋਂ ਦੂਰ ਚਲੇ ਜਾਣਾ, ਰਾਈਟ, ਕਿ ਜਿਹੜੀ ਚੀਜ਼ ਸਾਨੂੰ ਦੁੱਖ ਦੇ ਰਹੀ ਹੈ, ਜਿਹੜੀ ਚੀਜ਼ ਸਾਨੂੰ ਪਰੇਸ਼ਾਨੀ ਦੇ ਰਹੀ ਹੈ, ਜਿਹੜੀ ਚੀਜ਼ ਸਾਡੀ ਸਮੱਸਿਆ ਦਾ ਕਾਰਨ ਹੈ, ਅਸੀਂ ਕੁਝ ਟਾਈਮ ਉਹਨੂੰ ਭੁੱਲ ਜਾਈਏ। ਕਿ ਬਾਰ-ਬਾਰ ਅਗਰ ਸਾਡਾ ਧਿਆਨ, ਸਾਨੂੰ ਸਟ੍ਰੈਸ ਹੋ ਰਹੀ ਹੈ, ਸਾਨੂੰ ਬਾਰ-ਬਾਰ ਅਲੱਗ-ਅਲੱਗ ਤਰੀਕੇ ਦੇ ਖਿਆਲ ਆ ਰਹੇ ਹੈ, ਸੁਸਾਈਡ ਦੇ ਖਿਆਲ ਆ ਰਹੇ ਹੈ ਜਾਂ ਕੋਈ ਹੋਰ ਚੀਜ਼ ਦਾ ਖਿਆਲ ਆ ਰਿਹਾ ਕਿ ਅਸੀਂ ਇਹ ਚੀਜ਼ਾਂ ਦਾ ਇਸਤੇਮਾਲ ਕਰੀਏ, ਸਾਨੂੰ ਸ਼ਾਇਦ ਰਿਲੈਕਸੇਸ਼ਨ ਮਿਲ ਜਾਏਗਾ। ਤੇ ਅਗਰ ਅਸੀਂ ਆਪਣੇ ਆਪ ਨੂੰ, ਆਪਣਾ ਧਿਆਨ ਉਸ ਤੋਂ ਹਟਾ ਕੇ ਕਿਸੇ ਕੋਈ ਮੂਵੀ ਦੇਖ ਲਈਏ, ਕੋਈ ਸਾਨੂੰ ਅੱਛਾ ਲੱਗਦਾ ਹੈ, ਕੋਈ ਗਾਣਾ ਸੁਣ ਲਿਆ, ਕਿਸੇ ਦੋਸਤ ਮਿੱਤਰ ਵੱਲ ਚਲੇ ਗਏ, ਅੱਛਾ ਖਾਣਾ ਬਣਾ ਕੇ ਖਾ ਲਿਆ, ਠੀਕ ਹੈ, ਜਾਂ ਮਤਲਬ ਕਿ ਕੋਈ ਅੱਛੀਆਂ ਕਿਸੇ ਨਾਲ ਗੱਲਾਂ ਕਰ ਲਈਆਂ, ਪੋਜ਼ਿਟਿਵ ਦੇਖੀਏ, ਆਪਣਾ ਕਾਗਜ਼ ਤੇ ਲਿਖਣਾ ਸ਼ੁਰੂ ਕਰੀਏ, ਗ੍ਰੈਟੀਟਿਊਡ ਕਿਤਨੇ ਹੈ ਸਾਨੂੰ ਇਸ ਵਾਹਿਗੁਰੂ ਅਕਾਲ ਪੁਰਖ ਨੇ ਕਿੰਨੀਆਂ ਸਾਨੂੰ ਬਲੇਸਿੰਗਸ ਦਿੱਤੀਆਂ। ਅਗਰ ਅਸੀਂ ਉਹਦੀਆਂ ਲਿਸਟ ਬਣਾ ਕੇ ਦੇਖਣੀਆਂ ਸ਼ੁਰੂ ਕਰਾਂਗੇ ਤਾਂ ਸਾਨੂੰ ਲੱਗੇਗਾ ਕਿ ਹਾਂ, ਮਤਲਬ ਜ਼ਿੰਦਗੀ 'ਚ ਸਿਰਫ ਇਹ ਸਟ੍ਰੈਸ ਹੀ ਨਹੀਂ ਹੈ ਜੋ ਅਸੀਂ ਦੇਖ ਪਾ ਰਹੇ ਹਾਂ। ਅਗਰ ਅਸੀਂ ਦੂਸਰੇ ਐਂਗਲ ਤੋਂ ਦੇਖੀਏ ਕਿ ਕਿਉਂ ਸਾਨੂੰ ਜੋ ਕੱਚ ਦਾ ਗਲਾਸ ਮੰਨ ਲਓ ਸਾਹਮਣੇ ਪਾਣੀ ਦਿਖਦਾ ਪਿਆ ਜਿਹਦੇ ਵਿੱਚ ਅਸੀਂ ਕਿਉਂ ਖਾਲੀ ਹਿੱਸੇ ਵੱਲ ਹੀ ਜ਼ਿਆਦਾ ਮੁੜ ਕੇ ਧਿਆਨ ਸਾਡਾ ਜਾ ਰਿਹਾ ਹੈ, ਜਿਹਦੇ ਵਿੱਚ ਗਲਾਸ ਅੱਧਾ ਅਗਰ ਪਾਣੀ ਦਾ ਭਰਿਆ ਹੋਇਆ ਸਾਨੂੰ ਕਿਉਂ ਨਹੀਂ ਦਿਖਾਈ ਦੇ ਰਿਹਾ। ਅਸੀਂ ਉਹਨੂੰ ਵੀ ਦੇਖਣ ਦੀ ਕੋਸ਼ਿਸ਼ ਕਰੀਏ ਕਿ ਉਸ ਵਾਹਿਗੁਰੂ ਨੇ ਸਾਨੂੰ ਕਿਹੜੀਆਂ ਨਿਆਮਤਾਂ ਦੇ ਨਾਲ ਨਿਵਾਜਿਆ ਹੈ, ਅਸੀਂ ਉਹਨਾਂ ਵੱਲ ਵੀ ਦੇਖੀਏ, ਰਾਈਟ। ਤਾਂ ਜੋ ਵਿਅਕਤੀ ਜੋ ਕੰਮ ਵਿੱਚ ਦੱਬਿਆ ਹੋਇਆ ਮਹਿਸੂਸ ਕਰਦਾ ਹੈ, ਸਟ੍ਰੈਸ ਮਹਿਸੂਸ ਕਰਦਾ ਹੈ, ਅਗਰ ਤੁਸੀਂ ਬਾਹਰ ਸੈਰ ਕਰਨ ਚਲੇ ਜਾਓ, ਸੰਗੀਤ ਸੁਣਨ ਲੱਗ ਜਾਓ, ਠੀਕ ਹੈ, ਉਹਦੇ ਨਾਲ ਕੀ ਹੈ ਕਿ ਸਾਡਾ ਥੋੜਾ ਜਿਹਾ ਧਿਆਨ ਉਸ ਚੀਜ਼ ਨਾਲੋਂ ਹਟ ਜਾਂਦਾ ਹੈ। ਆਪਣਾ ਧਿਆਨ ਹਟਾਣਾ, ਰਾਈਟ, ਇਹ ਤੇ ਤੁਸੀਂ ਸਹੀ ਸ਼ਬਦ ਜੋ ਇਸਤੇਮਾਲ ਕਰੋਗੇ ਉਹ ਇਸਤੇਮਾਲ ਕਰੋਗੇ, ਹਟਾ ਰਿਹਾ ਆਪਣਾ ਧਿਆਨ ਤਾਂ ਕਿਸੇ ਹੋਰ ਤਰਫ ਆਪਣਾ ਧਿਆਨ ਤੁਸੀਂ ਲਗਾ ਰਹੇ ਹੋ। ਕੁੱਲ ਮਿਲਾ ਕੇ ਜਿਹੜਾ ਹੈਗਾ ਹੈ ਤਣਾਅ ਦੇ ਜਿਹੜੇ ਪ੍ਰਬੰਧਨ ਹੈ ਔਰ ਸਾਡੇ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਮੁਕਾਬਲਾ ਕਰਨ ਦੇ ਜਿਹੜੇ ਹੁਨਰ ਹੈ ਤਾਂ ਕਿ ਸਾਡੀ ਮੈਂਟਲ ਹੈਲਥ, ਮਾਨਸਿਕ ਸਿਹਤ ਬਿਹਤਰ ਹੋਏ, ਤਾਂ ਮੁਕਾਬਲਾ ਕਰਨ ਦੇ ਹੁਨਰਾਂ ਨੂੰ ਵਿਕਸਿਤ ਕਰਨ ਅਤੇ ਅਭਿਆਸ ਕਰਨ ਦੁਆਰਾ ਵਿਅਕਤੀ ਮੁਸ਼ਕਲ ਸਥਿਤੀਆਂ ਦੇ ਨਾਲ ਨਜਿੱਠਣ ਦੀ ਆਪਣੀ ਯੋਗਤਾ ਵਿੱਚ ਸੁਧਾਰ ਕਰ ਸਕਦੇ ਨੇ ਤੇ ਆਪਣੀ ਲਚਕਤਾ ਯਾਨੀ ਜਿਹਨੂੰ ਆਪਾਂ ਕਹਿੰਦੇ ਫਲੈਕਸੀਬਿਲਿਟੀ ਉਹਨੂੰ ਵਧਾ ਸਕਦੇ ਨੇ, ਠੀਕ ਹੈ। ਤੇ ਤਣਾਅ ਦੇ ਨਾਲ ਅਗਰ ਆਪਾਂ ਗੱਲ ਕਰੀਏ ਕਿ ਨਜਿੱਠਣਾ ਇੱਕ ਬਹੁਤ ਹੀ ਜ਼ਰੂਰੀ ਹੁਨਰ ਹੈ ਜੋ ਕਿ ਵਿਅਕਤੀਆਂ ਨੂੰ ਜੀਵਨ ਦੇ ਦਬਾਅ, ਜੀਵਨ ਦੀਆਂ ਮੰਗਾਂ, ਜ਼ਰੂਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪ੍ਰਬੰਧਨ ਅਤੇ ਜਵਾਬ ਦੇਣ ਦੀ ਇਜਾਜ਼ਤ ਦਿੰਦਾ ਹੈ। ਔਰ ਇਹ ਕੁਦਰਤੀ ਗੱਲ ਹੈ, ਤਣਾਅ ਆ ਸਕਦਾ ਹੈ, ਚੁਣੌਤੀਪੂਰਨ ਸਿਚੁਏਸ਼ਨਸ, ਪ੍ਰਸਥਿਤੀਆਂ, ਹਾਲਾਤ ਸਾਡੇ ਸਾਹਮਣੇ ਆ ਸਕਦੇ ਨੇ, ਪਰ ਲੰਬੇ ਸਮੇਂ ਤੱਕ ਅਗਰ ਸਾਨੂੰ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਨਾ ਪਏ ਤਾਂ ਉਹਦੇ ਨਾਲ ਸਾਡੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਤੇ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ। ਤੇ ਉਹਦੇ ਵਾਸਤੇ ਸਾਨੂੰ ਸਿਹਤਮੰਦ ਮੁਕਾਬਲਾ ਕਰਨ ਦੀਆਂ ਰਣਨੀਤੀਆਂ ਯਾਨੀ ਕਿ ਹੈਲਦੀ ਕੋਪਿੰਗ ਸਟ੍ਰੈਟਜੀਜ਼ ਉਹ ਵਿਕਸਿਤ ਕਰਨ ਦੀ ਬਹੁਤ ਜ਼ਰੂਰਤ ਹੈ। ਤੇ ਉਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਤਣਾਅ ਦੇ ਕਾਰਨਾਂ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ ਕਿ ਤਣਾਅ ਸਾਨੂੰ ਹੋ ਕਿਉਂ ਰਿਹਾ ਹੈ, ਪਰੇਸ਼ਾਨੀ ਕਿਉਂ ਹੋ ਰਹੀ ਹੈ, ਸਟ੍ਰੈਸ ਕਿਉਂ ਹੋ ਰਹੀ ਹੈ, ਕਿਹੜੀ ਚੀਜ਼ ਐਸਾ ਜਿਹੜੀ ਸਾਡੇ ਸਟ੍ਰੈਸ ਦਾ ਕਾਰਨ ਹੈ। ਅਗਰ ਤੁਸੀਂ ਕਿਸੇ ਸਾਈਕੋਲੋਜਿਸਟ ਕੋ ਜਾਂਦੇ ਹੋ, ਕਿਸੇ ਡਾਕਟਰ ਕੋ ਜਾਂਦੇ ਹੋ, ਮਨੋਵਿਗਿਆਨਿਕ ਦੇ ਕੋਲ ਜਾਂਦੇ ਹੋ, ਉਹ ਵੀ ਤੁਹਾਨੂੰ ਪੁੱਛਦਾ ਹੈ, ਤੁਹਾਡਾ ਪੂਰਾ ਪੁੱਛਦਾ ਹੈ, ਹਿਸਟਰੀ ਪੁੱਛਦਾ ਹੈ, ਤੁਹਾਨੂੰ ਕਿਹੜੀ ਚੀਜ਼ ਤੋਂ ਪਰੇਸ਼ਾਨੀ ਹੈ, ਸਮੱਸਿਆ ਕਿਆ ਹੈ, ਘਰ 'ਚ ਠੀਕ ਹੈ, ਆਫਿਸ ਵਿੱਚ ਕਿੱਦਾਂ ਹੈ, ਠੀਕ ਹੈ, ਬੱਚਿਆਂ ਨਾਲ ਰਿਲੇਸ਼ਨਸ਼ਿਪ ਕਿਵੇਂ ਹੈ, ਤੁਹਾਨੂੰ ਕਿਹੜੀ ਚੀਜ਼ ਹੈ, ਤੁਹਾਨੂੰ ਕਿੱਥੇ ਜਾਣਾ ਅੱਛਾ ਲੱਗਦਾ ਹੈ, ਕਿੱਥੇ ਜਾਣਾ ਨਹੀਂ ਅੱਛਾ ਲੱਗਦਾ, ਉਹ ਸਾਰੇ ਸਵਾਲ ਕਿਉਂ ਪੁੱਛਦਾ ਹੈ, ਪੂਰਾ ਇੰਟਰੋਗੇਸ਼ਨ ਕਿਉਂ ਕੀਤੀ ਜਾਂਦੀ ਹੈ, ਸਵਾਲ ਜਵਾਬ ਕਿਉਂ, ਤਫਤੀਸ਼ ਕਿਉਂ ਕੀਤੀ ਜਾਂਦੀ ਹੈ, ਇਸ ਵਾਸਤੇ ਕਿ ਉਹਨੂੰ ਇਹ ਪਤਾ ਲੱਗੇ ਕਿ ਤੁਹਾਡੇ ਤਣਾਅ ਦਾ ਕਾਰਨ ਕੀ ਹੈ। ਤੇ ਸਭ ਤੋਂ ਪਹਿਲਾਂ ਇਹ ਤਣਾਅ ਦਾ ਕਾਰਨ ਜਿਹੜਾ ਹੈ वो जानना बहुत जरूरी है। एक विद्यार्थी ਨੂੰ ਇਮਤਿਹਾਨ ਦੀ ਚਿੰਤਾ ਹੋ ਸਕਦੀ ਹੈ, ਰਾਈਟ, ਔਰ ਕਿਸੇ ਨੂੰ ਆਪਣੀ ਨੌਕਰੀ ਤੇ ਜਾ ਰਹੇ ਹੈ, ਉਹਨਾਂ ਦਾ ਜਿਹੜਾ ਬੌਸ ਹੈ ਉਹ ਬਹੁਤ ਹੀ ਜ਼ਿਆਦਾ ਗੁੱਸੇ ਵਾਲਾ ਹੈ, ਬਹੁਤ ਸਟ੍ਰਿਕਟ ਹੈ, ਤਾਂ ਉਹਨੂੰ ਉਹਦਾ ਤਣਾਅ ਹੋ ਸਕਦਾ ਹੈ। ਕਿਸੇ ਕੋਲ ਪੈਸਾ ਥੋੜਾ ਘੱਟ ਹੈ, ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਪਾ ਰਹੀਆਂ, 2 ਟਾਈਮ ਦਾ ਖਾਣਾ ਨਹੀਂ ਅਰੇਂਜ ਹੋ ਪਾ ਰਿਹਾ, ਠੀਕ ਹੈ, ਉਹ ਰੋਟੀ ਦਾ ਬੰਦੋਬਸਤ ਕਰਨ ਦੀ ਪਰੇਸ਼ਾਨੀ ਹੋ ਰਹੀ ਹੈ, ਕਿਸੇ ਨੂੰ ਕੋਈ ਤਣਾਅ ਹੈ, ਕਿਸੇ ਨੂੰ ਕੋਈ ਤਣਾਅ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਤਾਂ ਕਾਰਨ ਪਹਿਲਾਂ ਲੱਭਣ ਦੀ ਕੋਸ਼ਿਸ਼ ਕਰਨੀ ਹੈ ਕਿ ਕਾਰਨ ਕਿੱਥੇ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਕਿ ਸਮਾਂ ਪ੍ਰਬੰਧਨ ਅਤੇ ਯੋਜਨਾਬੰਦੀ, ਪ੍ਰਭਾਵਸ਼ਾਲੀ ਸਮਾਂ ਪ੍ਰਬੰਧਨ ਯਾਨੀ ਕਿ ਟਾਈਮ ਮੈਨੇਜਮੈਂਟ
ਔਰ ਯੋਜਨਾਬੰਦੀ ਯਾਨੀ ਜਿਹਨੂੰ ਆਪਾਂ ਕਹਿੰਦੇ ਆ ਕਿ ਪਲੈਨਿੰਗ ਤਣਾਅ ਦੇ ਪੱਧਰਾਂ ਨੂੰ ਕਾਫੀ ਘੱਟ ਕਰ ਸਕਦੀ ਹੈ। ਕੋਈ ਸਕੂਲ ਜਾ ਰਿਹਾ ਹੈ, ਕੋਈ ਕਾਲਜ ਜਾ ਰਿਹਾ ਹੈ, ਕੋਈ ਪੜ੍ਹਾਈ ਕਰਦਾ ਹੈ, ਠੀਕ ਹੈ, ਔਰ ਕੋਈ ਨੌਕਰੀ ਕਰ ਰਿਹਾ ਹੈ, ਕੋਈ ਘਰ ਦਾ ਕੰਮ ਇੰਨਾ ਕਰਦਾ ਪਿਆ ਹੈ ਕਿ ਕਿਸੇ ਕੋ ਇੰਨਾ ਜ਼ਿਆਦਾ ਕੰਮ ਹੈ, ਟਾਈਮ ਮੈਨੇਜ ਹੀ ਨਹੀਂ ਹੋ ਪਾ ਰਿਹਾ, ਆਪਣਾ ਕੰਮ ਸਮੇਂ ਦੇ ਹਿਸਾਬ ਨਾਲ ਸਾਨੂੰ ਮੈਨੇਜ ਕਰਨਾ ਬਹੁਤ ਮੁਸ਼ਕਿਲ ਲੱਗਦਾ ਹੈ। ਤੇ ਉਹਦੇ ਵਾਸਤੇ ਸਾਨੂੰ ਕੀ ਹੈ, ਇੱਕ ਟਾਈਮ ਮੈਨੇਜਮੈਂਟ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਹੈ ਇਹ ਵੀ ਤਣਾਅ ਦਾ ਕਾਰਨ ਹੋ ਸਕਦਾ ਕਿ ਐਡਾ ਸਾਰਾ ਕੰਮ ਹੈ, ਇੰਨਾ ਸਾਰਾ ਕੰਮ ਪਿਆ, ਸਵੇਰ ਦੀ ਮੈਂ ਵਿਹਲੀ ਨਹੀਂ ਹੋਈ, ਇੰਨਾ ਕੰਮ ਪਿਆ, ਕਿਵੇਂ ਖਤਮ ਕਰਾਂ। ਤੇ ਸਾਨੂੰ ਉਹਦੀਆਂ ਅਲੱਗ-ਅਲੱਗ ਜਿਹੜੀਆਂ ਸਾਡੇ ਕੰਮ ਹੈ ਉਹਦੀ ਲਿਸਟ ਬਣਾ ਕੇ ਉਹਦੀ ਇੱਕ ਪ੍ਰਾਇੋਰਿਟੀ ਲਿਸਟ ਦੇ ਕੇ ਸਾਨੂੰ ਦੇਖਣਾ ਕਿਹੜੇ ਕੰਮ ਨੂੰ ਸਾਨੂੰ ਜ਼ਿਆਦਾ ਮਹੱਤਵ ਦੇਣਾ, ਜ਼ਿਆਦਾ ਤਰਜੀਹ ਦੇਣ ਦੀ ਜ਼ਰੂਰਤ ਹੈ, ਕਿਹੜਾ ਕੰਮ ਅਸੀਂ ਪਹਿਲਾਂ ਕਰਨਾ ਹੈ ਤੇ ਕਿਹੜਾ ਕੰਮ ਅਸੀਂ ਬਾਅਦ ਵਿੱਚ ਕਰਨਾ ਹੈ। ਤਾਂ ਇੱਕ ਕੰਮ ਕਰਨ ਵਾਲਾ ਪੇਸ਼ੇਵਰ ਜੋ ਰੋਜ਼ਾਨਾ ਜਾਂ ਹਫ਼ਤਾਵਾਰੀ ਅਸੀਂ ਡੇਲੀ ਦਾ ਇੱਕ ਸਮਾਂ ਸਾਰਣੀ ਬਣਾਉਂਦੇ ਹੈਗੇ ਆ, ਟਾਈਮ ਟੇਬਲ ਬਣਾਉਂਦੇ ਆ, ਜਾਂ ਹਫ਼ਤਾਵਾਰੀ ਸਮਾਂ ਸਾਰਣੀ ਬਣਾਉਂਦੇ ਆ, ਰਾਈਟ, ਵੀਕਲੀ ਟਾਈਮ ਟੇਬਲ ਹੋ ਗਿਆ ਜਾਂ ਸਾਡਾ ਡੇਲੀ ਦਾ ਟਾਈਮ ਟੇਬਲ ਹੋ ਗਿਆ, ਤੇ ਉਹਦੇ ਹਿਸਾਬ ਨਾਲ ਅਸੀਂ ਕੰਮ ਡਿਵਾਈਡ ਕਰਦੇ ਹਾਂ। ਸਾਨੂੰ ਉਸ ਤਰੀਕੇ ਨਾਲ ਜਿਹੜਾ ਹੈ ਕੰਮਾਂ ਦੇ ਬੋਝ ਦੇ ਪ੍ਰਬੰਧਨ ਵਿੱਚ ਸਾਨੂੰ ਕਮ ਸੇ ਕਮ ਉੱਥੋਂ ਹੀ ਤਣਾਅ ਘੱਟ ਹੋ ਜਾਵੇ, ਤੇ ਉਹ ਅਸੀਂ ਉਸ ਤਰੀਕੇ ਨਾਲ ਇੱਕ ਆਪਣੀ ਸਮਾਂ ਸਾਰਣੀ ਬਣਾ ਕੇ ਰੱਖਦੇ ਹਾਂ। ਉਸ ਤੋਂ ਇਲਾਵਾ ਆਰਾਮ ਕਰਨ ਦੀਆਂ ਤਕਨੀਕਾਂ ਦਾ ਅਭਿਆਸ ਕਰਨਾ, ਕਿ ਕਿਸ ਤਰੀਕੇ ਨਾਲ ਅਸੀਂ ਆਰਾਮ ਕਰ ਸਕਦੇ ਹਾਂ। ਤੁਸੀਂ ਛੋਟੀਆਂ ਕਲਾਸਾਂ 'ਚ ਪੜ੍ਹਿਆ ਹੋਏਗਾ ਕਿ ਆਰਾਮ ਅਤੇ ਨੀਂਦ 'ਚ ਕੀ ਅੰਤਰ ਹੈ। ਫਿਜ਼ੀਕਲ ਐਜੂਕੇਸ਼ਨ ਜੋ ਪੜ੍ਹਦੇ ਹੈ, ਪੜ੍ਹਾਉਂਦੇ ਹੈ, ਰਾਈਟ, ਉਹਨਾਂ 'ਚ ਇੱਕ ਸਵਾਲ ਆਉਂਦਾ ਹੈ, ਵਾਟ ਇਜ਼ ਦ ਡਿਫਰੈਂਸ ਬਿਟਵੀਨ ਰੈਸਟ ਐਂਡ ਸਲੀਪ, ਠੀਕ ਹੈ, ਆਰਾਮ ਅਤੇ ਨੀਂਦ ਵਿੱਚ ਕੀ ਅੰਤਰ ਹੈ। ਜ਼ਰੂਰੀ ਨਹੀਂ ਤੁਸੀਂ ਦਿਨ ਵੇਲੇ ਸੌਂਦੇ ਹੋ, ਥੋੜਾ ਪਰੇਸ਼ਾਨੀ ਹੈ, ਕੁਛ ਹੈ, ਕੰਮ ਜ਼ਿਆਦਾ ਹੈ, ਥਕਾਨ ਹੋ ਗਈ ਹੈ, ਉਹ ਜ਼ਿਆਦਾ ਆਪਣੇ ਆਪ ਨੂੰ ਲੋਡ ਕਰ ਲੈਣੇ ਕੰਮ ਦੇ ਨਾਲ, ਉਹ ਵੀ ਸਾਡੇ ਚਿੰਤਾ ਦਾ ਇੱਕ ਵਿਸ਼ਾ ਬਣ ਜਾਂਦਾ ਹੈ ਕਿ ਥੋੜਾ ਜਿਹਾ ਅਗਰ ਤੁਸੀਂ ਆਰਾਮ ਕਰ ਲਓ, ਵਿੱਚੋਂ ਥੋੜੇ ਡੂੰਘੇ ਸਾਹ, ਡੀਪ ਬਰੀਥਿੰਗ ਲੈ ਲਓ। ਮੈਂ ਹੀ ਆ ਇੱਥੇ, ਮੈਂ ਰਿਕਾਰਡਿੰਗ ਕਰਦੀ ਪਈ ਆ, ਥੋੜੀ ਦੇਰ ਬਾਅਦ ਮੈਂ ਹੀ ਪਾਣੀ ਉੱਠ ਕੇ ਬਾਹਰ ਜਾ ਕੇ ਪੀਣ ਜਾਵਾਂ, ਆਪਣੇ ਕੋਲ ਨਾ ਮੈਂ ਗਲਾਸ ਰੱਖਾਂ ਪਾਣੀ ਦਾ ਕਿ ਥੋੜਾ ਜਿਹਾ ਮੈਂ ਚੱਲ ਲਿਆ, ਥੋੜਾ ਧਿਆਨ ਇੱਧਰ ਹੋ ਰਿਹਾ, ਬਹੁਤ ਜ਼ਿਆਦਾ ਸਕਰੀਨ ਨੂੰ ਨਾ ਦੇਖਾਂ। ਮਤਲਬ ਕਈ ਤਰੀਕੇ ਹੋ ਸਕਦੇ ਆ, ਡੀਪ ਬਰੀਥਿੰਗ ਕਰ ਲਓ, ਥੋੜਾ ਐਕਸਰਸਾਈਜ਼ ਕਰ ਲਓ, ਸਟ੍ਰੈਚਿੰਗ ਕਰ ਲਓ, ਤਾਂ ਅਸੀਂ ਇਸ ਚੀਜ਼ ਨੂੰ ਐਕਸਪਲੇਨ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਸਮਾਜਿਕ ਸਹਾਇਤਾ ਦੀ ਮੰਗ ਕਰਨਾ, ਚਿੰਤਾਵਾਂ ਨੂੰ ਸਾਂਝੇ ਕਰਨਾ ਬਹੁਤ ਜ਼ਰੂਰੀ ਹੈ। ਇਹਨਾਂ ਵਾਸਤੇ ਅਸੀਂ ਹੁਣੇ ਪਹਿਲਾਂ ਹੀ ਡਿਸਕਸ ਕੀਤਾ ਹੈ ਕਿ ਦੁੱਖ ਕਿਸੇ ਨਾਲ ਵੰਡਿਆ ਜਾਵੇ ਤਾਂ ਉਹ ਅੱਧਾ ਰਹਿ ਜਾਂਦਾ ਹੈ, ਖੁਸ਼ੀ ਕਿਸੇ ਨਾਲ ਸ਼ੇਅਰ ਕੀਤੀ ਜਾਵੇ ਤਾਂ ਉਹ ਦੁੱਗਣੀ ਹੋ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਸਾਨੂੰ ਸਮਾਜਿਕ ਜਿਹੜੀਆਂ ਸਹਾਇਤਾ ਹੈ, ਆਪਣਾ ਤਣਾਅ ਦੂਜਿਆਂ ਦੇ ਨਾਲ ਸ਼ੇਅਰ ਕਰਨਾ ਚਾਹੀਦਾ, ਉਹਨਾਂ ਨਾਲ ਸਾਂਝਾ ਕਰ ਲੈਣਾ ਚਾਹੀਦਾ, ਭਾਵਨਾਵਾਂ ਦਾ ਪ੍ਰਗਟਾਵਾ ਜਿਹੜਾ ਹੈ ਉਹ ਕਰ ਲੈਣਾ ਚਾਹੀਦਾ ਹੈ, ਰਾਈਟ, ਤਾਂ ਕਿ ਅਸੀਂ ਆਪਣੇ ਉੱਪਰ ਜਿਹੜਾ ਬੋਝਾ ਪਿਆ ਹੋਇਆ ਸਿਰ ਦੇ ਉੱਪਰ ਇਹਨਾਂ ਚਿੰਤਾਵਾਂ ਦਾ ਰੱਖਿਆ ਉਹਨੂੰ ਘੱਟ ਕਰ ਲਈਏ, ਅੱਧਾ ਕਰ ਲਈਏ, ਠੀਕ ਹੈ, ਕਿਸੇ ਨਾਲ ਵੰਡ ਲਈਏ। ਨਾਓ ਅੱਗੇ ਅਸੀਂ ਗੱਲ ਕਰਦੇ ਹਾਂ ਸਰੀਰਕ ਗਤੀਵਿਧੀ ਵਿੱਚ ਸ਼ਾਮਿਲ ਹੋ ਜਾਣਾ। ਨਿਯਮਿਤ ਰੂਮ ਵਿੱਚ ਅਗਰ ਐਕਸਰਸਾਈਜ਼ ਕਰਾਂਗੇ, ਅਸੀਂ ਕਸਰਤ ਕਰਾਂਗੇ, ਸੈਰ ਵਾਸਤੇ ਜਾਵਾਂਗੇ, ਠੀਕ ਹੈ, ਤੇ ਉਹਦੇ ਨਾਲ ਸਾਡੇ ਜਿਹੜੇ ਤਣਾਅ ਵਿੱਚ ਹੈ ਕਾਫੀ ਘਟਾਅ ਹੋਏਗਾ। ਚਾਹੇ ਅਸੀਂ ਜੋ ਵੀ ਸਾਨੂੰ ਪਸੰਦ ਹੈ, ਸਵਿਮਿੰਗ ਕਰਨਾ ਚਾਹੁੰਦੇ ਹਾਂ, ਅਸੀਂ ਰਨਿੰਗ ਕਰਨਾ ਚਾਹੁੰਦੇ ਹਾਂ, ਡਾਂਸ ਕਰਨਾ ਚਾਹੁੰਦੇ ਹਾਂ, ਦੂਸਰਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਉਹਦਾ ਹੋਰ ਘਰ ਦਾ ਹੀ ਕੋਈ ਕੰਮ ਕਰਨਾ ਚਾਹੁੰਦੇ ਹਾਂ ਕਿ ਦੋ ਪੰਥ ਕਿਆ ਇੱਕ ਪੰਥ ਦੋ ਕਾਜ, ਕਿ ਇੱਕ ਰਸਤੇ ਤੇ ਚੱਲੇ, ਨਾਲੇ ਘਰ ਦਾ ਕੰਮ ਵੀ ਹੋ ਗਿਆ ਤੇ ਨਾਲੇ ਸਾਡਾ ਥੋੜਾ ਜਿਹਾ ਸਟ੍ਰੈਸ ਦੀ ਤਰਫ, ਉਸ ਕੰਮ ਦੀ ਤਰਫ, ਪਰੇਸ਼ਾਨੀ ਦੀ ਤਰਫ ਧਿਆਨ ਨਹੀਂ ਗਿਆ। ਤੇ ਸੀਮਾਵਾਂ ਨੂੰ ਨਿਰਧਾਰਿਤ ਕਰਨਾ ਅਤੇ ਸਵੈ ਸੰਭਾਲ ਨੂੰ ਤਰਜੀਹ ਦੇਣਾ, ਸੀਮਾਵਾਂ ਆਪਣੀਆਂ ਨਿਰਧਾਰਿਤ ਕਰਨੀਆਂ ਪੈਣਗੀਆਂ, ਲੋੜ ਪੈਣ ਤੇ ਸਾਨੂੰ ਨਾ ਕਹਿਣੀ ਪਏਗੀ। ਹਰੇਕ ਦਾ ਦਿਲ ਰੱਖ ਕੇ ਅਸੀਂ ਕੰਮ ਜਿਹੜਾ ਹੈਗਾ ਉਹ ਸੋਚੇ ਕਿ ਇਹ ਵੀ, ਇਹਨੂੰ ਵੀ ਖੁਸ਼ ਕਰ ਲਈਏ, ਉਹਨੂੰ ਵੀ ਖੁਸ਼ ਕਰ ਲਈਏ, ਤਾਂ ਘਰ ਦੇ ਅਗਰ 4 ਮੈਂਬਰ ਹੋਣ ਉਹ ਹੀ ਨਹੀਂ ਖੁਸ਼ ਰਹਿ ਸਕਦੇ, ਤਾਂ ਹਮੇਸ਼ਾ ਜਿਹੜਾ ਹੈਗਾ ਠੀਕ ਹੈ ਦੂਜਿਆਂ ਦੇ ਗੱਲਾਂ ਦਾ ਧਿਆਨ ਰੱਖੋ, ਪਰ ਇਹ ਨਹੀਂ ਕਿ ਤੁਸੀਂ ਸਾਰਿਆਂ ਦੀਆਂ ਗੱਲਾਂ ਦਾ ਧਿਆਨ ਰੱਖੀ ਜਾਓਗੇ ਤਾਂ ਆਪਣਾ ਤੁਹਾਡਾ ਖਿਆਲ ਕੌਣ ਰੱਖੇਗਾ। ਉਹ ਵੀ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਰਾਈਟ, ਆਪਣੇ ਲਈ ਸਮਾਂ ਵੀ ਕੱਢਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਕਈ ਵਾਰੀ ਬਹੁਤ ਜ਼ਿਆਦਾ ਕੰਮ ਐਕਸਾਈਟਿਡ ਹੋ ਕੇ ਹਾਂਜੀ ਹਾਂਜੀ ਨਹੀਂ ਕਹਿ ਦੇਣਾ ਚਾਹੀਦਾ, ਆਪਣਾ ਸਮੇਂ ਦੇਖਦੇ ਹੋਏ ਕਿ ਇੰਨਾ ਕੰਮ ਕਰ ਸਕਦੇ ਆ, ਇਹ ਕੰਮ ਇੰਨੇ ਦਿਨਾਂ 'ਚ ਹੋ ਸਕਦਾ ਹੈ, ਉਹਨੂੰ ਸਮੇਂ ਲੈ ਲਓ, ਆਪਣਾ ਆਪਣੇ ਆਪ ਨੂੰ ਪੂਰਾ ਸਮੇਂ ਦੇਣਾ ਚਾਹੀਦਾ ਹੈ। ਇੱਕ ਵਿਅਕਤੀ ਜੋ ਆਪਣੇ ਆਪ ਨੂੰ ਵੱਧ ਸਮਾਂ ਸਮਰਪਣ ਨਾ ਕਰਕੇ ਸੀਮਾਵਾਂ ਨਿਰਧਾਰਿਤ ਕਰਦਾ ਹੈ, ਉਹਨਾਂ ਗਤੀਵਿਧੀਆਂ ਲਈ ਨਿਯਮਿਤ ਸਮਾਂ ਨਿਰਧਾਰਿਤ ਕਰਦਾ ਹੈ, ਜਿਵੇਂ ਕਿ ਚਾਹੇ ਪੜ੍ਹਨਾ ਹੈ, ਡਰਾਇੰਗ ਕਰ ਲਓ, ਜਾਂ ਕਿਸੇ ਨਾਲ ਸਮਾਂ ਬਿਤਾ ਲਓ, ਗਾਣੇ ਸੁਣ ਲਓ, ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ। ਪਾਰਲਰ ਤੇ ਹੀ ਹੋਇਆ ਉਹ ਆਪਣਾ, ਉੱਥੇ ਜਾ ਕੇ ਕੁਝ ਮਸਾਜ ਜਾਂ ਸਪਾ ਕਰਾ ਲਓ, ਜੋ ਵੀ ਤੁਹਾਨੂੰ ਜਿਵੇਂ ਠੀਕ ਲੱਗਦਾ ਹੈ। ਆਪਣੇ ਆਪ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ, ਕਿਸੇ ਵੀ ਤਰੀਕੇ ਨਾਲ ਜਿਵੇਂ ਕਿ ਤੁਹਾਨੂੰ ਅੱਛਾ ਲੱਗੇ। ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਏ ਰੱਖਣਾ, ਇੱਕ ਸਿਹਤਮੰਦ ਜੀਵਨ ਸ਼ੈਲੀ ਤਣਾਅ ਪ੍ਰਬੰਧਨ ਦਾ ਸਮਰਥਨ ਕਰਦੀ ਹੈ, ਜਿਵੇਂ ਕਿ ਸੰਤੁਲਿਤ ਭੋਜਨ ਖਾਣਾ, ਪ੍ਰੋਪਰ ਨੀਂਦ ਲੈਣਾ, ਠੀਕ ਹੈ, ਔਰ ਜ਼ਿਆਦਾ ਕੈਫੀਨ ਜਾਂ ਐਲਕੋਹਲ, ਤੰਬਾਕੂ, ਇਹਨਾਂ ਤੋਂ ਪਰਹੇਜ਼ ਕਰਨਾ। ਇਹ ਵੈਸੇ ਵੀ ਆਪਾਂ ਅੱਗੇ ਅਗਲੀਆਂ ਵੀਡੀਓ 'ਚ ਡਿਸਕਸ ਕਰਾਂਗੇ ਕਿ ਇਹਨਾਂ ਦਾ ਇਫੈਕਟ ਕਿਆ ਆ ਰਿਹਾ, ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ।
ठीक है, ये सब चीज़ां ਆਪਾਂ ਨੂੰ ਧਿਆਨ ਰੱਖਣੀਆਂ, ਲੋੜੀਂਦੀ ਨੀਂਦ ਨੂੰ ਯਕੀਨੀ ਬਣਾਉਣਾ, ਠੀਕ ਹੈ, ਉਹ ਜ਼ਿਆਦਾ ਉਤੇਜਕ ਜਿਹੜੇ ਪਦਾਰਥ ਹੈਗੇ ਆ ਉਹਨਾਂ ਦੀ ਖਪਤ ਤੋਂ ਪਰਹੇਜ਼ ਕਰਨਾ। ਔਰ ਇਹ ਅਸੀਂ ਸਾਨੂੰ ਇੱਕ ਪ੍ਰਸ਼ਨ ਆਏਗਾ ਐਗਜ਼ਾਮ ਵਿੱਚ ਕਿ ਉਤੇਜਕ ਜਿਹੜੇ ਪਦਾਰਥ ਹੈਗੇ ਆ ਉਹਨਾਂ ਦਾ ਸੇਵਨ ਅਸੀਂ ਨਾ ਕਰੀਏ, ਉਹਨਾਂ ਤੋਂ ਬਚ ਕੇ ਰਹੀਏ। ਤਾਂ ਉਹਦੇ ਵਾਸਤੇ ਕਿਹੜੀਆਂ ਜਿਹੜੀਆਂ ਜੀਵਨ ਦੇ ਹੁਨਰ ਹੈ ਸਾਨੂੰ ਆਣੇ ਚਾਹੀਦੇ ਹੈ, ਇਹਦੇ ਵਾਸਤੇ ਤੁਸੀਂ ਲਿਖਣਾ ਹੈ। ਅਗਲਾ ਹੈ ਬੋਧਾਤਮਕ ਪੁਨਰਗਠਨ, ਤਣਾਅ ਨਾਲ ਨਜਿੱਠਣ ਵਿੱਚ ਨਕਾਰਾਤਮਕ ਸੋਚ ਦੇ ਪੈਟਰਨਾਂ ਨੂੰ ਚੁਣੌਤੀ ਦੇਣਾ ਅਤੇ ਉਹਨਾਂ ਨੂੰ ਵਧੇਰੇ ਸਕਾਰਾਤਮਕ ਅਤੇ ਯਥਾਰਥਵਾਦੀ ਵਿਚਾਰਾਂ ਵਿੱਚ ਬਦਲਣ ਦੀ ਕੋਸ਼ਿਸ਼ ਕਰਨਾ। ਤਾਂ ਇਹ ਸਾਨੂੰ ਆਪਣੇ ਆਪ ਤੋਂ ਥੋੜਾ ਸਾ ਬਦਲਣ ਦੀ ਜ਼ਰੂਰਤ ਹੈ ਕਿ ਇੱਕ ਵਿਅਕਤੀ ਜੋ ਕੰਮ ਦੇ ਵਜ੍ਹਾ ਨਾਲ ਤਣਾਅ ਵਿੱਚ ਹੈ, ਆਪਣੇ ਵਿਚਾਰਾਂ ਨੂੰ ਮੈਂ ਨਿਸ਼ਚਿਤ ਤੌਰ ਤੇ ਮੈਂ ਖਰਾਬ ਕਰ ਚੁੱਕਾ ਹਾਂ, ਇਹ ਹੋ ਨਹੀਂ ਰਿਹਾ, ਮੇਰੇ ਕੋ ਪਰੇਸ਼ਾਨੀ ਹੋ ਰਹੀ ਹੈ, ਉਹਨੂੰ ਪੋਜ਼ਿਟਿਵ ਸਟੇਟਮੈਂਟ ਵਿੱਚ ਬਦਲੇ। ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਕਹਾਂਗੇ ਕਿ ਅਗਰ ਉਹਨਾਂ ਨੂੰ ਕੁਝ ਅਸੀਂ ਸਟੇਟਮੈਂਟ ਦਿੱਤੀਆਂ ਹੈ, ਕੁਝ ਉਹਨਾਂ ਨੂੰ ਕੁਝ ਸੈਂਟੈਂਸਸ ਦਿੱਤੇ ਆ, ਉਹਨਾਂ ਨੂੰ ਲਿਖ ਕੇ ਦਿੱਤਾ ਹੈ ਕਿ ਨੈਗੇਟਿਵ ਸੈਂਟੈਂਸਸ ਹੈਗੇ ਆ, ਇਹਨਾਂ ਨੂੰ ਸਕਾਰਾਤਮਕ ਸੈਂਟੈਂਸਸ ਯਾਨੀ ਪੋਜ਼ਿਟਿਵ ਸੈਂਟੈਂਸਸ ਯਾਨੀ ਅਫਰਮੇਟਿਵ ਸੈਂਟੈਂਸਸ ਵਿੱਚ ਬਦਲੋ। ਇਹਦੇ ਨਾਲ ਜਿਹੜਾ ਹੈ ਉਹਨਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਉਸ ਤੋਂ ਬਾਅਦ ਹੈ ਪੇਸ਼ੇਵਰ ਮਦਦ ਮੰਗਣਾ। ਸਾਨੂੰ ਕੋਈ ਪ੍ਰੋਫੈਸ਼ਨਲ ਸਪੋਰਟ ਅਗਰ ਚਾਹੀਦੀ ਹੈ, ਕਿਸੇ ਮਨੋਵਿਗਿਆਨਿਕ ਕੋਲ ਜਾਣਾ ਚਾਹੁੰਦੇ ਆ ਕਿਉਂਕਿ ਸਟ੍ਰੈਸ ਦਾ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਹੈ, ਉਹ ਕਿਸੇ ਨਾਲ ਗੱਲਬਾਤ ਕਰਕੇ ਨਾ ਦੁੱਖ ਵੰਡਿਆਂ ਘਟਦਾ ਹੈ, ਠੀਕ ਹੈ ਨਾ, ਤਾਂ ਉਹ ਜਿਹੜਾ ਹੈਗਾ ਹੈ ਕਿ ਇੰਨਾ ਸਾਰੀਆਂ ਐਕਸਰਸਾਈਜ਼ ਇਹ ਸਭ ਕੁਝ ਕਰਕੇ ਵੀ ਸਾਨੂੰ ਐਂ ਲੱਗਦਾ ਕਿ ਛੁਟਕਾਰਾ ਨਹੀਂ ਹੋ ਰਿਹਾ, ਤਾਂ ਸਾਨੂੰ ਕਿਸੇ ਪੇਸ਼ੇਵਰ ਦੀ ਮਨੋਵਿਗਿਆਨਿਕ ਦੀ ਮਦਦ ਜਿਹੜੀ ਹੈ ਉਹ ਲੈ ਲੈਣੀ ਚਾਹੀਦੀ ਹੈ, ਤਾਂ ਕਿ ਅਗਰ ਸਾਨੂੰ ਕੁਝ ਦਵਾਈ ਲੈਣੀ ਹੈ ਜਾਂ ਕੋਈ ਐਕਸਰਸਾਈਜ਼ ਕਰਨੀ ਹੈ, ਉਹਨਾਂ ਦਾ ਜੋ ਵੀ ਤਰੀਕਾ ਹੈ ਉਹਦੇ ਨਾਲ ਸਾਨੂੰ ਉਹਦਾ ਥੋੜਾ ਫਾਇਦਾ ਹੋ ਸਕੇ। ਕੋਈ ਥੈਰੇਪਿਸਟ, ਕੋਈ ਸਲਾਹਕਾਰ, ਕੋਈ ਮਨੋਵਿਗਿਆਨਿਕ ਕੋਲ ਜਾਣ 'ਚ ਕੋਈ ਗੁਰੇਜ਼ ਨਹੀਂ ਹੈ। ਅਗਲਾ ਹੈ ਜੀ ਤਣਾਅ ਮੁਕਤ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਾ। ਏਦਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਕਰੀਏ, ਰੀਕ੍ਰੀਏਸ਼ਨਲ ਜਿਹਨੂੰ ਆਪਾਂ ਅਸੀਂ ਐਕਟੀਵਿਟੀਜ਼ ਕਹਿੰਦੇ ਆ ਕਿ ਆਪਣੇ ਸ਼ੌਂਕ ਹੈ, ਹੌਬੀ ਹੈ, ਉਹਨਾਂ ਨੂੰ ਅਸੀਂ ਪੂਰਾ ਕਰੀਏ ਤੇ ਆਪਣਾ ਉਹਦੇ ਵਿੱਚ ਆਪਾਂ ਸਮੇਂ ਦਈਏ, ਜਿਵੇਂ ਕਿ ਸੰਗੀਤ ਹੈ ਜਾਂ ਜੋ ਵੀ ਇਦਾਂ ਦੇ ਸਾਨੂੰ ਹੈ ਉਹਨਾਂ ਨਾਲ ਆਪੇ ਜ਼ਰੂਰ ਕਰੀਏ। ਤਾਂ ਅੱਗੇ ਅਸੀਂ ਹੋਰ ਕੀ ਸਿੱਖਣਾ ਹਲੇ? ਭਾਵਨਾਵਾਂ ਦੇ ਨਾਲ ਨਜਿੱਠਣਾ। ਤੇ ਅਸੀਂ ਭਾਵਨਾਵਾਂ ਦੀ ਗੱਲ ਕਰ ਰਹੇ ਸੀ, ਯਾਨੀ ਕਿ ਕੋਪਿੰਗ ਵਿਦ ਇਮੋਸ਼ਨਸ। ਤਾਂ ਉਹਦੇ ਵਾਸਤੇ ਸਾਨੂੰ ਭਾਵਨਾਵਾਂ ਨੂੰ ਪਛਾਣਨਾ ਜ਼ਰੂਰੀ ਹੈ। ਉਸ ਤੋਂ ਬਾਅਦ ਅਸੀਂ ਭਾਵਨਾਵਾਂ ਨੂੰ ਨਜਿੱਠਾਂਗੇ, ਯਾਨੀ ਇਹ ਭਾਵਨਾਵਾਂ ਨੂੰ ਪਛਾਣਨਾ ਯਾਨੀ ਸਮਝਣਾ ਉਹ ਸਾਡਾ ਪਹਿਲਾ ਸਟੈਪ ਹੈਗਾ। ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਨਜਿੱਠ ਪਾਵਾਂਗੇ ਕਿ ਸਾਨੂੰ ਕਿਹੜੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਉਹਦਾ ਪ੍ਰਬੰਧਨ ਕਰਨਾ ਹੈ। ਉਦਾਹਰਨ ਲਈ ਇੱਕ ਵਿਅਕਤੀ ਗੁੱਸੇ, ਉਦਾਸੀ, ਨਿਰਾਸ਼ਾ ਵਿੱਚ ਫਰਕ ਕਰਨਾ ਸਿੱਖ ਸਕਦਾ ਹੈ। ਹਰੇਕ ਭਾਵਨਾ ਦੀ ਵਿਲੱਖਣ ਵਿਸ਼ੇਸ਼ਤਾ ਨੂੰ ਉਹ ਸਮਝ ਸਕਦਾ ਹੈ ਤੇ ਪਛਾਣਨਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਮੂਲ ਕਾਰਨਾਂ ਨੂੰ ਸਮਝਣਾ। ਭਾਵਨਾਵਾਂ ਨਾਲ ਨਜਿੱਠਣ ਵਿੱਚ ਸਾਡੀਆਂ ਭਾਵਨਾਵਾਂ ਦੇ ਮੂਲ ਕਾਰਨਾਂ ਤੇ ਉਹਨੂੰ ਜਿਹੜੀ ਚੀਜ਼ ਟ੍ਰਿਗਰ ਕਰਦੀ ਹੈ ਯਾਨੀ ਵਧਾਉਂਦੀ ਹੈ, ਠੀਕ ਹੈ, ਸਾਨੂੰ ਉਹਨੂੰ ਨੋਟਿਸ ਕਰਨਾ ਹੈ ਕਿ ਸਾਨੂੰ ਅਗਰ ਗੁੱਸਾ ਆਉਂਦਾ ਹੈ ਤੇ ਉਹ ਕਿਹੜੀ ਚੀਜ਼ ਸਾਡਾ ਜਿਹੜਾ ਗੁੱਸੇ ਨੂੰ ਹੋਰ ਵਧਾ ਦਿੰਦੀ ਹੈ, ਠੀਕ ਹੈ, ਸਾਨੂੰ ਉਹਦਾ ਧਿਆਨ ਰੱਖਣਾ ਪਏਗਾ। ਜਿਵੇਂ ਚਿੰਤਾ ਦਾ ਅਨੁਭਵ ਕਰਨ ਵਾਲੇ ਕਿਸੇ ਵਿਅਕਤੀ ਨੂੰ ਪਤਾ ਲੱਗ ਸਕਦਾ ਹੈ ਕਿ ਕੁਝ ਸਥਿਤੀਆਂ ਸੌਰੀ ਜਾਂ ਸੋਚਣ ਦੇ ਜਿਹੜੇ ਪੈਟਰਨ ਹੈ ਉਹਨਾਂ ਦੀ ਚਿੰਤਾ ਨੂੰ ਵਧਾਉਂਦੇ ਹੈਗੇ ਹੈ, ਅਤੇ ਫਿਰ ਉਹਨਾਂ ਨੂੰ ਆਪਣੇ ਜਿਹੜੇ ਟ੍ਰਿਗਰ ਹੈ, ਟ੍ਰਿਗਰ ਕੀ ਹੁੰਦਾ ਹੈ? ਜਿਹੜਾ ਸਾਡੇ ਕਿ ਕਿਸੇ ਚੀਜ਼ ਨੂੰ ਵਧਾ ਦਿੰਦਾ, ਐਕਸਲਰੇਟ ਕਰ ਦਿੰਦਾ ਹੈ, ਠੀਕ ਹੈ। ਆਪਾਂ ਜਦੋਂ ਸਪੀਡ ਵਧਾਉਂਦੇ ਹਾਂ ਐਕਸਲਰੇਟਰ ਹੁੰਦਾ ਹੈ। ਉਵੇਂ ਹੀ ਕਿ ਸਾਡੀ ਜਿਹੜੀ ਪਾਰਟਿਕੂਲਰ ਚਿੰਤਾ ਹੈ, ਪਰੇਸ਼ਾਨੀ ਹੈ, ਇਮੋਸ਼ਨ ਹੈ, ਕੋਈ ਗੁੱਸਾ ਹੈ, ਤਾਂ ਏਦਾਂ ਦੀ ਕਿਹੜੀ ਚੀਜ਼ ਜਿਹੜੀ ਸਾਨੂੰ ਬਾਰ-ਬਾਰ ਗੁੱਸਾ ਦਿਵਾਉਂਦੀ ਹੈ, ਗੁੱਸੇ ਨੂੰ ਵਧਾਉਂਦੀ ਹੈ, ਤਾਂ ਸਾਨੂੰ ਉਹਨਾਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਆਉਂਦਾ ਹੈ ਸਿਹਤਮੰਦ ਮੁਕਾਬਲਾ ਕਰਨ ਦੀ ਵਿਧੀ ਦਾ ਵਿਕਾਸ ਕਰਨਾ, ਕਿ ਇਹਨਾਂ ਨੂੰ ਭਾਵਨਾਵਾਂ ਨੂੰ ਨਜਿੱਠਣ ਲਈ ਸਿਹਤਮੰਦ ਢੰਗ ਯਾਨੀ ਹੈਲਦੀ ਕੋਪਿੰਗ ਸਟ੍ਰੈਟਜੀਜ਼ ਉਹਨਾਂ ਦਾ ਇਸਤੇਮਾਲ ਕਰਨਾ, ਜਿਹੜਾ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਕਿ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਡੂੰਘੇ ਸਾਹ ਲੈ ਸਕਦੇ ਆ, ਕੁਝ ਜਰਨਲ ਰਾਈਟਿੰਗ ਕਰ ਸਕਦੇ ਆ, ਡਾਇਰੀ ਤੇ ਲਿਖ ਲਓ, ਕੁਝ ਆਪਣਾ ਧਿਆਨ ਇਕਾਗਰ ਕਰ ਲਓ, ਮੈਡੀਟੇਸ਼ਨ ਕਰ ਸਕਦੇ ਆ, ਕਸਰਤ ਕਰ ਸਕਦੇ ਆ, ਜਾਂ ਅਲੱਗ-ਅਲੱਗ ਜਿਹੜੇ ਤੁਸੀਂ ਹੌਬੀਜ਼ ਜਾਂ ਸ਼ੌਂਕ ਰੱਖੇ ਹੋਏ ਹੈ ਉਹਨਾਂ ਵਿੱਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਆ। ਪਾਣੀ ਪੀ ਲਓ, ਕੁਝ ਆਪਣੇ ਪਸੰਦ ਦੇ ਖਾਣੇ ਖਾ ਲਓ, ਜੋ ਤੁਹਾਨੂੰ ਉਹਦੇ ਆਲਟਰਨੇਟਿਵ ਨਜ਼ਰ ਆਉਂਦੇ ਉਹ ਤੁਸੀਂ ਕਰ ਸਕਦੇ ਆ। ਉਸ ਤੋਂ ਇਲਾਵਾ ਜਿੱਦਾਂ ਆਪਾਂ ਪਹਿਲਾਂ ਸਿੱਖਿਆ ਵੀ ਸਹਾਇਤਾ ਮੰਗਣਾ, ਇਹ ਉਹੀ ਵਾਲੀ ਚੀਜ਼ ਹੈ ਕਿ ਆਪਾਂ ਕਿਸੇ ਨਾਲ, ਕਿਸੇ ਯਾਰ ਦੋਸਤ ਨਾਲ, ਪਰਿਵਾਰ ਦੇ ਮੈਂਬਰ ਦੇ ਨਾਲ ਜਾਂ ਥੈਰੇਪਿਸਟ ਦੇ ਨਾਲ ਅਸੀਂ ਗੱਲ ਕਰ ਸਕਦੇ ਆ, ਆਪਣੀਆਂ ਭਾਵਨਾਵਾਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਆ, ਸਾਂਝੀਆਂ ਕਰ ਸਕਦੇ, ਤਾਂ ਕਿ ਉਹ ਸਾਡਾ ਮਾਰਗਦਰਸ਼ਨ ਕਰ ਸਕਣ। ਭਾਵਨਾਵਾਂ ਨੂੰ ਉਚਿਤ ਢੰਗ ਨਾਲ ਪ੍ਰਗਟ ਕਰਨਾ, ਸਿਹਤਮੰਦ ਅਤੇ ਉਸਾਰੂ ਢੰਗ ਨਾਲ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਸ ਵਿੱਚ ਭਾਵਨਾਤਮਕ ਪ੍ਰਗਟਾਵੇ ਲਈ ਢੁਕਵੇਂ ਆਊਟਲੈਟ ਲੱਭਣੇ ਚਾਹੀਦੇ ਆ।
ਜਿਵੇਂ ਕਿ ਅਸੀਂ ਆਪਣੇ ਇਮੋਸ਼ਨਸ ਕਿੱਥੇ ਜਾ ਕੇ ਸ਼ੇਅਰ ਕਰੀਏ, ਸਾਂਝੇ ਕਰੀਏ, ਕਿਸੇ ਨਾਲ ਗੱਲਬਾਤ ਕਰ ਲਈਏ, ਖੁੱਲੀ ਹਵਾ ਵਿੱਚ ਘੁੰਮ ਲਈਏ, ਕੋਈ ਡਰਾਇੰਗ ਕਰ ਲਈ ਤਾਂ ਕਿ ਆਪਣੀ ਇਮੋਸ਼ਨਸ ਨੂੰ ਅਸੀਂ ਉਧਰ ਯੂਜ਼ ਕਰ ਲਿੱਤਾ, ਠੀਕ ਹੈ। ਜਾਂ ਆਪਣਾ ਕੋਈ ਜਦੋਂ ਕੋਈ ਵਿਅਕਤੀ ਕੋਈ ਉਦਾਸ ਮਹਿਸੂਸ ਕਰ ਰਿਹਾ, ਤੁਸੀਂ ਪੋਇਟਰੀ ਲਿਖ ਲਓ, ਆਪਣੀ ਉਦਾਸੀ ਦੀਆਂ ਕਵਿਤਾਵਾਂ ਲਿਖ ਲਓ, ਕਿਸੇ ਨੂੰ ਚਿੱਠੀ ਲਿਖ ਲਓ, ਕਿਸੇ ਨਾਲ ਗੱਲ ਕਰ ਲਓ, ਠੀਕ ਹੈ। ਆਪਣਾ ਉਹਨੂੰ ਇੱਕ ਪੋਜ਼ਿਟਿਵ ਵੇ ਵਿੱਚ ਅਸੀਂ ਕਿਵੇਂ ਯੂਜ਼ ਕਰ ਸਕਦੇ ਹਾਂ, ਉਚਿਤ ਢੰਗ ਨਾਲ ਉਹਦਾ ਕਿਵੇਂ ਪ੍ਰਗਟਾਵਾ ਕਰ ਸਕਦੇ ਹਾਂ। ਮੰਨ ਲਓ ਮੇਰਾ ਸਟੇਟ ਆਫ ਮਾਈਂਡ ਕੁਝ ਹੋਰ ਕਹਿ ਰਿਹਾ ਹੈ, ਮੈਂ ਪਰੇਸ਼ਾਨ ਹਾਂ, ਤਾਂ ਉਹਦੇ ਬਾਅਦ ਅਗਰ ਮੈਨੂੰ ਸਪੋਜ਼ ਮੈਂ ਕਲਾ ਵਿੱਚ ਬਹੁਤ ਨਿਪੁੰਨ ਹੈ ਤਾਂ ਮੈਂ ਡਰਾਇੰਗ ਕਰ ਸਕਦੀ ਹਾਂ, ਜਾਂ ਮੈਂ ਰਾਈਟਿੰਗ ਬਹੁਤ ਅੱਛੀ ਕਰਦੀ ਹਾਂ, ਮੈਂ ਸਟੋਰੀ ਲਿਖ ਸਕਦੀ ਹਾਂ, ਮੈਂ ਕੋਈ ਨੋਵਲ ਲਿਖ ਸਕਦੀ ਹਾਂ। ਆਪਣੀਆਂ ਇਮੋਸ਼ਨਸ ਨੂੰ ਵੈਂਟ ਆਊਟ ਕਰੋ, ਉਹਨੂੰ ਬਾਹਰ ਨਿਕਾਲੋ, ਉਹਦਾ ਕੋਈ ਤਰੀਕਾ ਹੋਣਾ ਚਾਹੀਦਾ ਵੀ ਕਿਵੇਂ ਤੁਸੀਂ ਪ੍ਰਗਟਾਅ ਉਹਦਾ ਕਰ ਸਕਦੇ ਆ। ਅਗਰ ਮੈਂ ਕਹਿੰਦੀ ਭਾਵਨਾਤਮਕ ਨਿਯਮ ਦਾ ਅਭਿਆਸ ਕਰਨਾ, ਭਾਵਨਾਵਾਂ ਨਾਲ ਨਜਿੱਠਣ ਵਿੱਚ ਤੀਵਰ ਜਾਂ ਭਾਰੀ ਭਾਵਨਾਵਾਂ ਨੂੰ ਨਿਯੰਤਰ ਕਰਨ ਅਤੇ ਪ੍ਰਬੰਧਿਤ ਕਰਨ ਲਈ ਹੁਨਰਾਂ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜਿੱਦਾਂ ਸੈਲਫ ਪੀਸ, ਸਵੈ ਸ਼ਾਂਤੀ, ਮਾਨਸਿਕਤਾ ਦਾ ਅਭਿਆਸ ਕਰਨਾ, ਮੈਡੀਟੇਸ਼ਨ ਕਰਨਾ, ਆਪਣੇ ਆਪ ਨੂੰ ਨੈਗੇਟਿਵ એનર્ਜੀ ਤੋਂ, ਨਕਾਰਾਤਮਕ ਵਿਚਾਰਾਂ ਤੋਂ ਦੂਰ ਰੱਖਣਾ, ਠੀਕ ਹੈ। ਇਹ ਸਭ ਚੀਜ਼ਾਂ ਬਹੁਤ ਜ਼ਰੂਰੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ। ਇਹ ਸਾਰੀ ਚੀਜ਼ਾਂ ਕੀ ਹੈ, ਕੋਪਿੰਗ ਵਿਦ ਸਟ੍ਰੈਸ ਔਰ ਇਮੋਸ਼ਨਸ, ਆਪਾਂ ਉਹਦੇ ਟੌਪਿਕ ਦੇ ਹੇਠਾਂ ਪੜ ਰਹੇ ਹਾਂ ਕਿ ਕਿਵੇਂ ਮੁਕਾਬਲਾ ਕਰ ਸਕਦੇ ਹਾਂ ਆਪਣੇ ਤਣਾਅ ਦੇ ਨਾਲ, ਠੀਕ ਹੈ। ਆਪਣੀਆਂ ਭਾਵਨਾਵਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ, ਉਸ ਕੁਐਸਚਨ ਹੈ। ਕਿਸੇ ਨੇ ਮੇਰੇ ਕੋਲ ਪੁੱਛਿਆ ਵੀ ਸੀ ਕਿ ਤੁਹਾਡੇ ਕੋਲ ਕੋਪਿੰਗ ਸਟ੍ਰੈਸ ਦੀ ਵੀਡੀਓ ਹੈ, ਤਾਂ ਇਹ ਮੈਂ ਪੰਜਾਬੀ ਚ ਹੀ ਬਣਾ ਰਹੀ ਹਾਂ ਤਾਂ ਕਿ ਉਹਨਾਂ ਨੂੰ ਵੀ ਸਮਝ ਆਏ, ਟ੍ਰਾਂਸਲੇਟ ਤੁਸੀਂ ਆਪੇ ਕਰ ਲਈਓ। ਸਵੈ ਸੰਭਾਲ ਵਿੱਚ ਸ਼ਾਮਲ ਹੋਣਾ, ਆਪਣੀ ਸੰਭਾਲ ਕਰਨੀ, ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਆਪਣੇ ਆਪ ਨੂੰ ਸਮੇਂ ਦੇਣਾ, ਆਪਣੇ ਆਪ ਨੂੰ ਇਹੋ ਜਿਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਕਰਾਉਣਾ ਜਿਹਦੇ ਨਾਲ ਕਿ ਸਾਨੂੰ ਅੱਛਾ ਲੱਗੇ। ਆਪਣੇ ਲਈ ਵੀ ਸਮੇਂ ਕੱਢਣਾ ਚਾਹੀਦਾ ਹੈ, ਨੀਂਦ ਪ੍ਰੋਪਰ ਲੈਣੀ ਚਾਹੀਦੀ ਹੈ, ਲੋੜੀਂਦੀ ਨੀਂਦ ਜਿੰਨੀ ਵੀ ਸਾਨੂੰ ਜ਼ਰੂਰਤ ਹੈ, ਪੌਸ਼ਟਿਕ ਖਾਣਾ ਖਾਣਾ, ਆਨੰਦ ਕਰਨਾ, ਆਨੰਦ ਆਉਣਾ ਚਾਹੀਦਾ, ਸਾਨੂੰ ਆਰਾਮ ਆਉਣਾ ਚਾਹੀਦਾ ਹੈ। ਮਤਲਬ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਅਸੀਂ ਆਪਣੇ ਆਪ ਨੂੰ ਸ਼ਾਮਿਲ ਕਰੀਏ, ਠੀਕ ਹੈ। ਔਰ ਭਾਵਨਾਤਮਕ ਲਚਕਤਾ ਦਾ ਵਿਕਾਸ ਕਰਨਾ, ਯਾਨੀ ਇਮੋਸ਼ਨਲ ਜਿਹੜੀਆਂ ਸਾਡੀਆਂ ਉਹ ਚ ਫਲੈਕਸੀਬਿਲਿਟੀ ਦੀ ਗੱਲ ਕਰਦੇ ਆ, ਕਿ ਇਹ ਨਹੀਂ ਕਿ ਇੰਨੇ ਜ਼ਿਆਦਾ ਲਚਕੀਲਾਪਨ ਹੋਣਾ ਚਾਹੀਦਾ ਹੈ ਕਿ ਇੰਨੀ ਨਹੀਂ ਹੋ ਕਿ ਅਸੀਂ ਰਿਜਿਡ ਹੋ ਜਾਈਏ, ਕਿ ਅਸੀਂ ਆਪਣੇ ਚ ਇਸ ਤੋਂ ਇਲਾਵਾ ਅਸੀਂ ਕੁਝ ਹੋਰ ਸੋਚ ਹੀ ਨਹੀਂ ਸਕਦੇ, ਕਿ ਅਸੀਂ ਆਪਣੇ ਆਪ ਨੂੰ, ਅਗਰ ਆਪਣੇ ਮਨ ਵਿੱਚ ਕੋਈ ਵਿਚਾਰ ਇੱਕ ਵਾਰ ਤੈਅ ਕਰ ਲਿਆ ਹੈ, ਅਸੀਂ ਉਹਨੂੰ ਬਦਲ ਹੀ ਨਹੀਂ ਸਕਦੇ। ਜੀ ਮੈਂ ਤਾਂ ਕੋਈ ਫੈਸਲਾ ਲੈ ਲਿੱਤਾ ਤਾਂ ਉਸ ਤੋਂ ਬਾਅਦ ਤਾਂ ਉਹ ਪੱਥਰ ਦੀ ਲਕੀਰ ਹੈ, ਉਹਨੂੰ ਕੋਈ ਵੀ ਬਦਲ ਨਹੀਂ ਸਕਦਾ। ਐਦਾਂ ਦੀ ਤਾਂ ਗੱਲ ਨਹੀਂ ਹੈ, ਸਾਨੂੰ ਦੂਸਰਿਆਂ ਦੇ ਵਿਚਾਰਾਂ ਨੂੰ ਵੀ ਸੁਣਨਾ ਚਾਹੀਦਾ ਹੈ ਔਰ ਇਸ ਚੀਜ਼ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਕਿ ਹੋ ਸਕਦਾ ਸਾਡੇ ਆਪਣੇ ਲਏ ਹੋਏ ਸਾਨੂੰ ਫੈਸਲੇ ਕਿਸੇ ਹੋਰ ਮੁੱਦੇ ਦੇ ਆਧਾਰ ਤੇ ਸਾਨੂੰ ਬਦਲਨੇ ਵੀ ਪੈਣ, ਠੀਕ ਹੈ। ਕਿਉਂਕਿ ਅਦਰਵਾਈਜ਼ ਅਗਰ ਅਸੀਂ ਐਵੇਂ ਸੋਚ ਕੇ ਚੱਲਾਂਗੇ ਕਿ ਜੋ ਅਸੀਂ ਸੋਚਿਆ ਹੈ ਉਹ ਤਾਂ ਹੋਇਆ ਨਹੀਂ, ਤੇ ਜ਼ਿੰਦਗੀ 'ਚ ਐਵੇਂ ਕਿਸੇ ਨਾਲ ਵੀ ਨਹੀਂ ਹੋਇਆ, ਠੀਕ ਹੈ। ਮੈਨ ਪ੍ਰਪੋਜ਼ਸ ਗੋਡ ਡਿਸਪੋਜ਼ਸ, ਜੋ ਅਸੀਂ ਸੋਚਦੇ ਹਾਂ ਜ਼ਰੂਰੀ ਨਹੀਂ ਸਾਨੂੰ ਉਹ ਚੀਜ਼ ਮਿਲੇ, ਠੀਕ ਹੈ। ਉਹ ਮਿਲਣੀ ਉਹੀ ਹੈ ਜੋ ਵਾਹਿਗੁਰੂ ਅਕਾਲ ਪੁਰਖ ਨੇ ਇੱਕ ਵਾਰ ਧੁਰ ਮਸਤਕ ਤੇ ਸਾਡੇ ਲਿਖ ਦਿੱਤਾ ਹੈ, ਮਿਲਣਾ ਉਹੀ ਹੈ। ਤੇ ਇਸ ਕਰਕੇ ਆਪਣੀਆਂ ਭਾਵਨਾਵਾਂ ਨੂੰ ਇਸ ਤਰੀਕੇ ਨਾਲ ਕੰਟਰੋਲ 'ਚ ਰੱਖੀਏ ਕਿ ਹਰ ਮੌਕੇ ਦੇ ਲਈ ਅਸੀਂ ਤਿਆਰ ਰਹੀਏ ਕਿ ਕੁਝ ਵੀ ਹੋ ਸਕਦਾ ਹੈ, ਠੀਕ ਹੈ। ਐਵੇਂ ਤਾਂ ਖਿਲਾੜੀ ਖੇਲਣ ਵਾਸਤੇ ਜਾਂਦੇ ਨੇ ਤੇ ਹਮੇਸ਼ਾ ਉਹ ਇਹ ਸੋਚ ਕੇ ਜਾਣ ਕਿ ਮੈਂ ਹੀ ਜਿੱਤ ਕੇ ਆਣਾ ਹੈ, ਦੋ ਟੀਮ ਖੇਲ ਰਹੀਆਂ ਹੈ, ਇੱਕ ਹੀ ਜਿੱਤੂਗੀ, ਠੀਕ ਹੈ। ਤੇ ਇਹ ਚੀਜ਼ ਤਾਂ ਸੋਚ ਕੇ ਆਣੀ ਚਾਹੀਦੀ। ਅਗਰ ਬੰਦਾ ਸੋਚੇ ਕਿ ਹੁਣ ਤਾਂ ਜ਼ਿੰਦਗੀ ਕੁਝ ਬਚਿਆ ਹੀ ਨਹੀਂ, ਅਸੀਂ ਹਾਰ ਗਏ, ਅਸੀਂ ਮੈਚ ਹਾਰ ਗਏ, ਅਸੀਂ ਹਾਰ ਗਏ, ਤਾਂ ਫਿਰ ਤਾਂ ਜਿਹੜਾ ਹੈ ਜ਼ਿੰਦਗੀ ਅੱਗੇ ਨਹੀਂ ਵੱਧ ਸਕਦੀ ਹੈਗੀ। ਤੇ ਸਾਨੂੰ ਹਾਰ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ, ਉਹਦੇ ਆਲਟਰਨੇਟਿਵ ਜਿਹੜੇ ਆ ਦੂਸਰੇ ਉਹਦੇ ਵਿਕਲਪ ਹੈ ਉਹਨਾਂ ਵਾਸਤੇ ਤਿਆਰ ਰਹਿਣਾ ਚਾਹੀਦਾ। ਉਸ ਤੋਂ ਬਾਅਦ ਹੈ ਭਾਵਨਾਤਮਕ ਬੁੱਧੀ ਦਾ ਅਭਿਆਸ ਕਰਨਾ। ਜਿਹੜੀ ਭਾਵਨਾਤਮਕ ਬੁੱਧੀ ਹੈ ਯਾਨੀ ਸਾਡੀ ਇਮੋਸ਼ਨਸ ਹੈ ਜਿਹੜੀਆਂ ਸਾਡੀਆਂ, ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਕਿ ਦੂਜਿਆਂ ਦੀਆਂ ਭਾਵਨਾਵਾਂ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ, ਐਮਪੈਥੀ ਹੋਣੀ ਚਾਹੀਦੀ ਹੈ, ਹਮਦਰਦ ਹੋਣਾ ਚਾਹੀਦਾ ਹੈ, ਰਾਈਟ, ਹਮਦਰਦੀ ਦੀ ਭਾਵਨਾ ਹੋਣੀ ਚਾਹੀਦੀ ਹੈ। ਉਹਦਾ ਵਿਕਾਸ, ਉਹਦਾ ਸੰਚਾਰ ਹਮਦਰਦੀ ਸੰਬੰਧਾਂ ਨੂੰ ਵਧਾਉਂਦਾ ਹੈ, ਠੀਕ ਹੈ। ਇਹਦੇ ਨਾਲ ਸਾਡੇ ਇੰਟਰਪਰਸਨਲ ਰਿਲੇਸ਼ਨਸ਼ਿਪ ਬਿਹਤਰ ਹੁੰਦੇ ਆ, ਅਸੀਂ ਅੱਛੇ ਤਰੀਕੇ ਨਾਲ ਕਮਿਊਨੀਕੇਟ ਕਰਦੇ ਹਾਂ, ਯਾਨੀ ਸੰਚਾਰ ਜਿਹੜਾ ਹੈ ਉਹ ਬਹੁਤ ਹੀ ਬਿਹਤਰ ਹੈ, ਠੀਕ ਹੈ। तो ਅਸੀਂ ਇਹਦੀ ਗੱਲ ਕਰਦੇ ਹਾਂ। ਭਾਵਨਾਤਮਕ ਬੁੱਧੀ ਵਾਲਾ ਕੋਈ ਵਿਅਕਤੀ ਪਛਾਣ ਸਕਦਾ ਹੈ ਜਦੋਂ ਕੋਈ ਦੋਸਤ ਨਿਰਾਸ਼ ਮਹਿਸੂਸ ਕਰ ਰਿਹਾ ਹੈ, ਸਹਾਇਤਾ ਅਤੇ ਸਮਝ ਦੀ ਪੇਸ਼ਕਸ਼ ਕਰਦਾ ਹੈ, ਠੀਕ ਹੈ। ਲੋੜ ਪੈਣ ਤੇ ਪੇਸ਼ੇਵਰ ਮਦਦ ਅਸੀਂ ਲੈ ਸਕਦੇ ਹਾਂ, ਕਿਸੇ ਕੋਲੋਂ ਵੀ, ਸਲਾਹਕਾਰ ਕੋਲੋਂ, ਥੈਰੇਪਿਸਟ ਕੋਲੋਂ, ਮਨੋਵਿਗਿਆਨੀ ਕੋਲੋਂ। ਸੈਲਫ ਰਿਫਲੈਕਸ਼ਨ ਦਾ ਅਸੀਂ ਅਭਿਆਸ ਕਰਨਾ ਹੈ। ਭਾਵਨਾਤਮਕ ਨਿਯਮ ਜਿਹੜੇ ਹੈ ਉਹ ਪੈਦਾ ਕਰਨੇ ਚਾਹੀਦੇ ਹੈ।
ਜਜ਼ਬਾਤੀ ਲਚਕਤਾ ਨੂੰ ਵਧਾਉਣਾ ਚਾਹੀਦਾ ਹੈ, ਯਾਨੀ ਭਾਵਨਾਤਮਕ ਲਚਕੀਲਾਪਣ ਮੁਸੀਬਤਾਂ ਤੋਂ ਵਾਪਸ ਉਛਾਲਣ। ਜਜ਼ਬਾਤੀ ਲਚਕਤਾ ਕੀ ਕਹਿੰਦੇ, ਜਿਵੇਂ ਨੂੰ ਕਹਿੰਦੇ ਰੈਜ਼ਿਲੀਅੰਸ। ਠੀਕ ਹੈ, ਮੇਰੇ ਕੋਲ ਇੱਥੇ ਨਹੀਂ ਹੈ, ਰਬੜ ਦੀ ਬਾਲ ਨੂੰ ਤੁਸੀਂ ਐ ਕਰਕੇ ਦਬਾਓ, ਜਿੰਨਾ ਦਬਾਉਂਦੇ ਹੋ ਦਬ ਜਾਂਦੀ ਹੈ, ਉਸ ਤੋਂ ਬਾਅਦ ਆਪਣਾ ਹੱਥ ਹਟਾਓ ਵਾਪਿਸ ਆ ਜਾਂਦੀ ਹੈ। ਇਹਨੂੰ ਕਹਿੰਦੇ ਆ ਰੈਜ਼ਿਲੀਅੰਸ। ਕਿ ਜਾਨੂੰ ਸਾਡੇ ਜ਼ਿੰਦਗੀ 'ਚ ਕਿੰਨੇ ਸੈਟਬੈਕ ਆਉਂਦੇ ਆ, ਕੋਵਿਡ ਦੇ ਟਾਈਮ 'ਚ ਕਈਆਂ ਨੂੰ ਦੁੱਖ ਆਏ, ਪਰੇਸ਼ਾਨੀ ਆਏ, ਠੀਕ ਹੈ, ਕਈ ਤਾਂ ਢਹਿ ਢੇਰੀ ਹੋ ਗਏ, ਪਰ ਕਈਆਂ ਨੇ ਆਪਣਾ ਅੰਦਰ ਦੀ ਹਿੰਮਤ ਨਹੀਂ ਛੱਡੀ। ਠੀਕ ਹੈ, ਉਹ ਫਿਰ ਵਾਪਿਸ ਪਰਤ ਕੇ ਉਹੀ ਜਗ੍ਹਾ ਤੇ, ਉਹਨਾਂ ਨੂੰ ਕੋਈ ਹਟਾ ਨਹੀਂ ਸਕਿਆ। ਠੀਕ ਹੈ, ਥੋੜੀ ਦੇਰ ਵਾਸਤੇ ਦਬ ਜ਼ਰੂਰ ਗਏ, ਪਰ ਉਹ ਫਿਰ ਉਸੇ ਤਰੀਕੇ ਨਾਲ ਫਲਰਿਸ਼ ਹੋ ਗਏ। ਤੇ ਉਹ ਸਾਡੀ ਜਿਹੜੀ ਹੈ ਰੈਜ਼ਿਲੀਅੰਸ ਹੋਣੀ ਚਾਹੀਦੀ ਹੈ, ਇਹ ਲਚਕਤਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਠੀਕ ਹੈ, ਤੇ ਇਹ ਸਾਰੇ ਪੁਆਇੰਟ ਮੁੜ ਮੁੜ ਕੇ ਉਹੀ ਤੁਹਾਨੂੰ ਸਾਹਮਣੇ ਅਲੱਗ-ਅਲੱਗ ਤਰੀਕਿਆਂ ਨਾਲ ਮੈਂ ਲਿਖੇ ਹੋਏ ਨੇ। ਤੁਹਾਨੂੰ ਤਾਂ ਕਿਹਾ ਹੈ ਕਿ ਇਹ ਪ੍ਰੋਪਰ ਹਲੇ ਨੋਟਸ ਨਹੀਂ ਹੈ, ਪਰ ਇਹਨਾਂ ਵਿੱਚੋਂ ਕੁਝ ਇੱਕ ਜਿਹੜੇ ਪੁਆਇੰਟ ਹੈ ਮੈਂ ਤੁਹਾਡੇ ਦੇ ਨਾਲ ਸ਼ੇਅਰ ਕਰ ਰਹੀ ਹਾਂ। ਠੀਕ ਹੈ, ਪ੍ਰਭਾਵਸ਼ਾਲੀ ਸੰਚਾਰ, ਤੁਹਾਨੂੰ ਪਤਾ ਹੈ ਕਿ ਇਫੈਕਟਿਵ ਕਮਿਊਨੀਕੇਸ਼ਨ ਹੈ, ਇਹ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਇਫੈਕਟਿਵ ਕਮਿਊਨੀਕੇਟ ਕਰਦੇ ਹੋ, ਆਪਣੇ ਵਿਚਾਰ ਦੂਸਰਿਆਂ ਨਾਲ ਬਹੁਤ ਸਹੀ ਤਰੀਕੇ ਨਾਲ ਸਾਂਝਾ ਕਰਦੇ ਹੋ, ਸਤਿਕਾਰ ਦੇ ਨਾਲ, ਪਿਆਰ ਦੇ ਨਾਲ, ਸਾਰਿਆਂ ਦੇ ਨਾਲ, ਅੰਤਰ ਵਿਅਕਤੀਗਤ ਪਰਸਪਰ ਕਿਰਿਆਵਾਂ ਯਾਨੀ ਇੰਟਰਪਰਸਨਲ ਰਿਲੇਸ਼ਨਸ਼ਿਪ ਹੈ ਉਹ ਬਿਹਤਰ ਹੈਗੇ ਹੈ। ਜਦੋਂ ਇਹ ਸਭ ਕੁਝ ਬਿਹਤਰ ਹੋਏਗਾ ਤਾਂ ਸਟ੍ਰੈਸ ਕਿਉਂ ਹੋਏਗੀ, ਕਿਸੇ ਨੂੰ ਪਰੇਸ਼ਾਨੀ ਕਿਉਂ ਹੋਏਗੀ? ਹੁੰਦੀ ਹੈ ਉਦੋਂ ਪਰੇਸ਼ਾਨੀ ਜਦੋਂ ਤੁਹਾਡੀ ਕੋਈ ਗੱਲ ਨਹੀਂ ਸੁਣਦਾ, ਠੀਕ ਹੈ, ਜਾਂ ਤੁਸੀਂ ਕਿਸੇ ਨੂੰ ਸਮਝਾ ਨਹੀਂ ਪਾਉਂਦੇ। ਠੀਕ ਹੈ, ਤਾਂ ਸਿਹਤਮੰਦ ਤਣਾਅ ਪ੍ਰਬੰਧਨ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਸਮੱਸਿਆਵਾਂ ਦਾ ਹੱਲ ਕਰਨ ਦਾ ਹੁਨਰ, ਇਹਨੂੰ ਵਿਕਾਸ ਕਰਨਾ ਚਾਹੀਦਾ ਹੈ। ਠੀਕ ਹੈ, ਤੋ ਇਹੀ ਹੈ ਸਾਰਾ ਕੁਝ ਜੋ ਇਹਦੇ ਵਿੱਚ ਹੈ। ਦੂਸਰਿਆਂ ਤੋਂ ਸਹਾਇਤਾ ਮੰਗੋ, ਆਪਣੀ ਸੰਭਾਲ ਕਰੋ, ਤੇ ਇਦਾਂ ਦੇ ਜੀਵਨ ਹੁਨਰਾਂ ਨੂੰ ਤੁਸੀਂ ਜਿਹੜਾ ਹੈ ਵਿਕਸਿਤ ਕਰੋ ਆਪਣੇ ਆਪ ਵਿੱਚ, ਕਿ ਤੁਸੀਂ ਅੱਛੇ ਤਰੀਕੇ ਨਾਲ ਸੰਸਾਰ ਦੀਆਂ ਗੁੰਝਲਾਂ ਨੂੰ ਜਿਹੜੇ ਉਲਝਣਾ ਹੈ, ਗੁੰਝਲਾਂ ਹੈ, ਉਹਨਾਂ ਨੂੰ ਆਸਾਨੀ ਦੇ ਨਾਲ ਉਹਨਾਂ ਦੇ ਵਿੱਚੋਂ ਨਿਕਲ ਕੇ ਤੁਸੀਂ ਨੈਵੀਗੇਟ ਕਰੋ। ਠੀਕ ਹੈ, ਔਰ ਆਪਣੇ ਮੰਜ਼ਿਲ ਤੇ ਤੁਸੀਂ ਪਹੁੰਚੋ, ਤੁਹਾਨੂੰ ਕੋਈ ਰੋਕ ਨਾ ਪਾਵੇ, ਕੋਈ ਵੀ ਰੁਕਾਵਟ। ਠੀਕ ਹੈ, ਤਾਂ ਕੀਪ ਵਾਚਿੰਗ ਮੈਂਟਰਿੰਗ ਦ ਮੈਂਟੋਰ। ਥੈਂਕ ਯੂ, ਹੈਵ ਅ ਨਾਈਸ ਡੇ। ਰਾਈਟ, ਤਾਂ ਜੋ ਵੀ ਤੁਹਾਨੂੰ ਕੋਈ ਹੋਰ ਟੌਪਿਕ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ, ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਦਿਓ। ਮੈਂ ਕੋਸ਼ਿਸ਼ ਕਰਾਂਗੀ ਅੱਜ ਦੇ ਦਿਹਾੜੇ ਵਿੱਚ ਤੁਹਾਡੇ ਨਾਲ ਅਗਰ ਕੋਈ ਵੀਡੀਓ ਸ਼ੇਅਰ ਕਰ ਸਕਦੀ ਹਾਂ। ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ।